ਸਮੂਹ ਪੰਜਾਬ ਦੇ ਵਿੱਚ ਬੈਠੇ ਵਿਦਿਆਰਥੀ ਜਿਹੜੇ ਕਿ ਐਜੂਸੈਟ ਰੂਮ ਦੇ ਵਿੱਚ ਬੈਠੇ ਹੈ, ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਪਿਆਰੇ ਬੱਚਿਓ, ਤੁਸੀਂ ਪੋਲੀਟੀਕਲ ਸਾਇੰਸ ਦਾ ਵਿਸ਼ਾ ਰੱਖਿਆ ਹੈ, +1 ਤੁਹਾਡੀ ਕਲਾਸ ਹੈ ਅਤੇ ਤੁਸੀਂ ਇੱਕ ਨਵੇਂ ਵਿਸ਼ੇ ਦੇ ਨਾਲ ਸਾਂਝ ਪਾਈ ਹੈ। ਮੈਂ ਵਧਾਈ ਦੇਣਾ ਚਾਹੁੰਦਾ ਕਿ ਤੁਸੀਂ ਬਹੁਤ ਹੀ ਚੰਗਾ ਵਿਸ਼ਾ ਚੁਣਿਆ ਜਿਹੜਾ ਕਿ ਜੀਵਨ ਦੇ ਵਿੱਚ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਏਗਾ ਔਰ ਬਹੁਤ ਸਾਰੇ ਅਜਿਹੇ ਪਸਾਰ ਖੋਲ੍ਹੇਗਾ ਜਿਹਦੇ ਨਾਲ ਤੁਸੀਂ ਆਪਣੀਆਂ ਮੰਜ਼ਿਲਾਂ ਜਿਹੜੀਆਂ ਉਹ ਸਹਿਜੇ ਹੀ ਸਰ ਕਰ ਜਾਓਗੇ। ਆਪਣੇ ਵਿਸ਼ੇ ਦੇ ਨਾਲ ਜੁੜਿਆ ਹੋਇਆ ਜਿਹੜਾ ਟੌਪਿਕ ਤੁਸੀਂ ਅੱਜ ਕਰਨਾ ਸਾਹਮਣੇ ਤੁਸੀਂ ਦੇਖ ਰਹੇ ਆ ਉਹ ਹੈ ਜੀ ਰਾਜਨੀਤੀ ਸ਼ਾਸਤਰ ਦੇ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ, ਰਿਲੇਸ਼ਨਸ ਆਫ ਪੋਲੀਟੀਕਲ ਸਾਇੰਸ ਵਿਦ ਅਦਰ ਸੋਸ਼ਲ ਸਾਇੰਸਿਸ। ਬੇਟੇ, ਮੇਰਾ ਨਾਮ ਹਰਭਜਨ ਸਿੰਘ ਹੈ, ਮੈਂ ਪੋਲੀਟੀਕਲ ਸਾਇੰਸ ਵਿਸ਼ੇ ਦੇ ਵਿੱਚ ਹੀ ਲੈਕਚਰਰ ਹਾਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬਸਤੀ ਮਿੱਠੂ ਜਲੰਧਰ। ਉਮੀਦ ਕਰਦਾ ਕਿ ਤੁਸੀਂ ਸਾਰੇ ਕਾਪੀ ਪੈਨ ਲੈ ਕੇ ਬੈਠੇ ਹੋਵੋਗੇ ਔਰ ਜੋ ਪੁਆਇੰਟਸ ਅੱਜ ਅਸੀਂ ਡਿਸਕਸ ਕਰਾਂਗੇ ਇਸ ਮਹੱਤਵਪੂਰਨ ਵਿਸ਼ੇ ਦੇ ਵਿੱਚ ਉਹ ਤੁਸੀਂ ਜ਼ਰੂਰ ਆਪਣੀਆਂ ਕਾਪੀਆਂ ਦੇ ਉੱਤੇ ਨੋਟ ਕਰੋਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਭਰਪੂਰ ਫਾਇਦਾ ਉਠਾਓਗੇ। ਜੇ ਕੋਈ ਟੌਪਿਕ ਦੇ ਵਿੱਚੋਂ ਗੱਲ ਰਹਿ ਜਾਏ ਤਾਂ ਤੁਸੀਂ ਆਪਣੇ ਅਧਿਆਪਕ ਦੀ ਮਦਦ ਦੇ ਨਾਲ ਇਸ ਵਿਸ਼ੇ ਨੂੰ ਪੂਰਾ ਕਰੋਗੇ। ਸੋ ਆਓ ਆਪਾਂ ਕਰਦੇ ਹਾਂ ਗੱਲ ਅੱਜ ਦੇ ਵਿਸ਼ੇ ਦੀ ਕਿ ਰਾਜਨੀਤੀ ਸ਼ਾਸਤਰ ਜਿਹੜਾ ਤੁਸੀਂ ਵਿਸ਼ਾ ਲਿਆ ਆ ਇਹਦੇ ਹੋਰ ਸੋਸ਼ਲ ਸਾਇੰਸਿਸ ਜਿਹੜੀਆਂ ਹੈਗੀਆਂ ਜਿਵੇਂ ਅਰਥ ਸ਼ਾਸਤਰ ਹੈ, ਇਤਿਹਾਸ ਹੈ, ਮਨੋਵਿਗਿਆਨ ਹੈ ਵਗੈਰਾ ਵਗੈਰਾ ਬਹੁਤ ਸਾਰੀਆਂ ਸੋਸ਼ਲ ਸਾਇੰਸਿਸ ਹੈਗੀਆਂ, ਇਹਨਾਂ ਦੇ ਨਾਲ ਕੀ ਸੰਬੰਧ ਹੈ। ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮਨੁੱਖ ਦਾ ਜੀਵਨ ਸਿੰਪਲ ਜਾਂ ਸਧਾਰਨ ਨਹੀਂ ਹੈ, ਇੱਕ ਬਹੁਤ ਹੀ ਮਲਟੀ ਡਾਈਮੈਂਸ਼ਨਲ ਜਾਂ ਬਹੁਤ ਪਸਾਰੀ ਜੀਵਨ ਅਸੀਂ ਕਹਿ ਸਕਦੇ ਹਾਂ। ਜਿਵੇਂ ਇੱਕ ਵਿਅਕਤੀ ਤੁਸੀਂ ਦੇਖਦੇ ਹੋ ਸਵੇਰੇ ਜਦੋਂ ਉੱਠਦਾ ਹੈ ਅਤੇ ਸ਼ਾਮ ਨੂੰ ਸੌਂਦਾ ਹੈ, ਉਸ ਦੇ ਦਰਮਿਆਨ ਜਿੰਨਾ ਕੁਝ ਵੀ ਉਹ ਕਰਦਾ ਉਹ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਉਹਦੀਆਂ ਵੱਖ-ਵੱਖ ਪੱਖਾਂ ਨੂੰ ਉਜਾਗਰ ਕਰਦੀਆਂ। ਜੇ ਉਹ ਗੁਰਦੁਆਰਾ ਸਾਹਿਬ ਜਾਂਦਾ ਹੈ ਜਾਂ ਮੰਦਿਰ ਮਸਜਿਦ ਕਿਤੇ ਵੀ ਜਾਂਦਾ ਹੈ ਤਾਂ ਉਹ ਉਸ ਦਾ ਧਾਰਮਿਕ ਪੱਖ ਹੈ, ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਲਗਾਈਆਂ ਤੁਹਾਡੀ ਸਹੂਲਤ ਵਾਸਤੇ। ਜੇ ਉਹ ਆਪਣੇ ਕੰਮਕਾਰ ਵਾਸਤੇ ਨਿਕਲਦਾ ਹੈ, ਡਿਊਟੀ ਲਈ ਨਿਕਲਦਾ ਹੈ, ਰੋਜ਼ਗਾਰ ਵਾਸਤੇ ਨਿਕਲਦਾ ਹੈ, ਅਤੇ ਉਹ ਉਸ ਦਾ ਆਰਥਿਕ ਪੱਖ ਹੈ, ਤੁਸੀਂ ਦੇਖ ਸਕਦੇ ਹੋ ਕੰਮ ਦੇ ਵਿੱਚ ਲੱਗੇ ਹੋਏ ਲੋਕਾਂ ਨੂੰ। ਸਮਾਜਿਕ ਜੀਵਨ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਐਕਟੀਵਿਟੀਜ਼ ਆਪਾਂ ਕਰਦੇ ਹਾਂ, ਜਿਵੇਂ ਸਾਫ਼ ਸਫਾਈ ਦਾ ਕੰਮ ਕੀਤਾ ਜਾ ਰਿਹਾ ਸਵੱਛ ਅਭਿਆਨ ਦੇ ਤਹਿਤ, ਸਮਾਜਿਕ ਪੱਖ ਹੈ, ਰਾਜਨੀਤਿਕ ਪੱਖ ਹੈ। ਇਸੇ ਤਰ੍ਹਾਂ ਕੁਛ ਇੱਕ ਮਨੋਵਿਗਿਆਨਕ ਅਤੇ ਹੋਰ ਬਹੁਤ ਸਾਰੇ ਪਸਾਰ ਵੱਖ-ਵੱਖ ਹੁੰਦੇ ਆ ਜੀਵਨ ਦੇ ਵਿੱਚ। ਮੈਂ ਦੱਸਣਾ ਚਾਹੁੰਦਾ ਕਿ ਇਹਨਾਂ ਸਾਰਿਆਂ ਪੱਖਾਂ ਨੂੰ ਲੈ ਕੇ ਵੱਖ-ਵੱਖ ਜਿਹੜੀਆਂ ਸਾਇੰਸਿਸ ਹੈ ਜਾਂ ਵੱਖ-ਵੱਖ ਵਿਸ਼ੇ ਜਿਹੜੇ ਆ ਇਹਨਾਂ ਨੂੰ ਡੀਲ ਕਰਦੇ ਆ। ਆਰਥਿਕ ਪੱਖ ਨੂੰ ਇਕਨੋਮਿਕਸ ਡੀਲ ਕਰਦੀ ਹੈ, ਧਾਰਮਿਕ ਪੱਖ ਹੈ ਤਾਂ ਧਰਮ ਵਿਗਿਆਨ ਹੈ, ਸਮਾਜ ਵਿਗਿਆਨ ਹੈ, ਰਾਜਨੀਤਿਕ ਪੱਖ ਵਾਸਤੇ ਤੁਹਾਡਾ ਵਿਸ਼ਾ ਹੈ ਜਿਹੜਾ ਪੋਲੀਟੀਕਲ ਸਾਇੰਸ ਹੈ। ਸੋ ਜੇ ਇੱਕ ਵਿਅਕਤੀ ਜਿਹੜਾ ਵੱਖ-ਵੱਖ ਪ੍ਰਕਾਰ ਦੇ ਕੰਮ ਆਪਣੇ ਜੀਵਨ 'ਚ ਕਰਦਾ ਹੈ ਜਿਹਦਾ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧ ਹੈ ਤਾਂ ਫਿਰ ਸਾਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਸਾਰੇ ਵਿਸ਼ੇ ਜਿਹੜੇ ਆ ਅਲੱਗ-ਅਲੱਗ ਵਿਸ਼ਿਆਂ ਦੇ ਤੌਰ 'ਤੇ ਕੰਮ ਕਰਦੇ ਆ, ਪਰ ਇਹ ਸਾਰੇ ਵਿਸ਼ਿਆਂ ਦਾ ਆਪਸ ਵਿੱਚ ਇੰਨਾ ਗੂੜਾ ਸੰਬੰਧ ਹੈ ਕਿ ਜੇ ਅਸੀਂ ਇੱਕ ਦੇ ਉੱਤੇ ਹੀ ਨਿਰਭਰ ਕਰੀਏ, ਬਾਕੀਆਂ ਦਾ ਆਸਰਾ ਲੈਣਾ ਛੱਡ ਦਈਏ ਤਾਂ ਸ਼ਾਇਦ ਸਾਡਾ ਗਿਆਨ ਔਰ ਸਾਡੀ ਸਟੱਡੀ ਜਿਹੜੀ ਆ ਅਧੂਰੀ ਰਹੇਗੀ। ਸੋ ਇਹਨਾਂ ਸਾਰੀਆਂ ਸਾਇੰਸਿਸ ਜਿਹੜੀਆਂ ਹੈਗੀਆਂ, ਸਾਰੀਆਂ ਵਿਗਿਆਨ ਹੈ, ਇਹਨਾਂ ਦਾ ਆਪਸ ਵਿੱਚ ਬਹੁਤ ਗੂੜਾ ਸੰਬੰਧ ਹੈ। ਅਸੀਂ ਅੱਜ ਦੇ ਵਿਸ਼ੇ ਦੇ ਵਿੱਚ 3 ਵਿਸ਼ਿਆਂ ਦੇ ਨਾਲ ਰਾਜਨੀਤੀ ਸ਼ਾਸਤਰ ਦੀ ਸਾਂਝ ਦੱਸਾਂਗੇ ਅਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਰਾਜਨੀਤੀ ਸ਼ਾਸਤਰ ਅਤੇ ਇਤਿਹਾਸ ਦੀ। ਹਿਸਟਰੀ ਦੇ ਨਾਲ ਪੋਲੀਟੀਕਲ ਸਾਇੰਸ ਦਾ ਕੀ ਸੰਬੰਧ ਹੈ ਇਹ ਜਾਣਨ ਵਾਸਤੇ 2-3 ਗੱਲਾਂ ਮੈਂ ਤੁਹਾਡੇ ਲਈ ਲਿਖੀਆਂ ਸੌਖੀਆਂ ਕਰਕੇ ਪੜ੍ਹ ਸਕਦੇ ਹੋ ਤੁਸੀਂ। ਰਾਜਨੀਤੀ ਵਿਗਿਆਨ ਅਤੇ ਇਤਿਹਾਸ ਦੋਨੋਂ ਵੱਖ-ਵੱਖ ਸਮਾਜਿਕ ਵਿਗਿਆਨ ਹਨ, ਪਰ ਦੋਨਾਂ ਦਾ ਇੱਕ ਦੂਜੇ ਨਾਲ ਗਹਿਰਾ ਸੰਬੰਧ ਹੈ। ਮੈਂ ਜਿਵੇਂ ਪਹਿਲਾਂ ਹੀ ਹੁਣੇ ਦੱਸ ਕੇ ਹਟਿਆ ਤੁਹਾਨੂੰ ਬੱਚੇ ਕਿ ਜਿੰਨੇ ਵੀ ਸਾਇੰਸ ਹੈ ਜਾਂ ਜਿੰਨੇ ਵੀ ਵਿਸ਼ੇ ਹੈ, ਚਾਹੇ ਉਹ ਅਰਥ ਸ਼ਾਸਤਰ ਹੈ, ਚਾਹੇ ਮਨੋਵਿਗਿਆਨ ਹੈ, ਚਾਹੇ ਰਾਜਨੀਤੀ ਹੈ, ਚਾਹੇ ਇਤਿਹਾਸ ਹੈ, ਇਹਨਾਂ ਸਾਰੇ ਵਿਸ਼ਿਆਂ ਦਾ ਆਪਣਾ ਅਧਿਐਨ ਹੈ, ਪਰ ਆਪਣਾ ਅਧਿਐਨ ਜਿਹੜਾ ਹੈ ਉਹ ਇੱਕ ਦੂਸਰੇ ਦੀ ਮਦਦ ਤੋਂ ਬਿਨਾਂ ਪੂਰਾ ਨਹੀਂ ਹੁੰਦਾ। ਸੋ ਇਹ ਸਮਝ ਲੈਣਾ ਚਾਹੀਦਾ ਤੁਹਾਨੂੰ ਕਿ ਕੋਈ ਵੀ ਸਬਜੈਕਟ ਜਿਹੜਾ ਹੈ ਉਹ ਦੂਸਰੇ ਵਿਸ਼ੇ ਦੇ ਨਾਲ ਸਾਂਝ ਪਾਉਣ ਤੋਂ ਬਿਨਾਂ ਕਿਤੇ ਨਾ ਕਿਤੇ ਅਧੂਰਾ ਰਹਿ ਜਾਂਦਾ ਹੈ। ਫਰੀਮੈਨ ਕਹਿੰਦੇ ਆ ਕਿ ਇਤਿਹਾਸ ਭੂਤਕਾਲ ਦੀ ਰਾਜਨੀਤੀ ਹੈ ਅਤੇ ਰਾਜਨੀਤੀ ਵਰਤਮਾਨ ਕਾਲ ਦਾ ਇਤਿਹਾਸ ਹੈ। ਬੜੀ ਸੌਖੀ ਹੈ ਗੱਲ ਸਮਝਣੀ। ਫਰੀਮੈਨ ਨੇ ਬਹੁਤ ਸੌਖੇ ਸ਼ਬਦਾਂ 'ਚ ਲਿਖਿਆ ਕਿ ਇਤਿਹਾਸ ਕੀ ਹੈ, ਜੋ ਪੁਰਾਣੇ ਸਮੇਂ ਦੇ, ਜੋ ਬੀਤੇ ਸਮੇਂ ਦੇ ਵਿੱਚ ਹੋ ਚੁੱਕਿਆ, ਜਿੰਨੀਆਂ ਵੀ ਰਾਜਨੀਤਿਕ ਘਟਨਾਵਾਂ ਹੋ ਚੁੱਕੀਆਂ ਸਾਰੀਆਂ ਇਤਿਹਾਸ ਦਾ ਪੰਨਾ ਬਣ ਚੁੱਕੀਆਂ। ਤੁਹਾਨੂੰ ਪਤਾ ਕਿ ਇਹ ਜਿਹੜਾ ਸਮਾਂ ਹੁਣ ਦਾ ਪਲ ਹੈ, 1 ਸੈਕਿੰਡ ਬੀਤਣ ਤੋਂ ਬਾਅਦ ਉਹ ਇਤਿਹਾਸ ਦੇ ਵਿੱਚ ਸ਼ਾਮਲ ਹੋ ਜਾਂਦਾ ਔਰ ਅਸੀਂ ਬੀਤੇ ਦਾ ਜਿੰਨਾ ਵੀ ਸਮਾਂ ਉਹ ਸਾਰਾ ਇਤਿਹਾਸ ਦੇ ਵਿੱਚ ਸ਼ਾਮਲ ਹੁੰਦਾ, ਸਾਰੀਆਂ ਘਟਨਾਵਾਂ ਇਤਿਹਾਸ ਬਣ ਜਾਂਦੀਆਂ। ਔਰ ਇਤਿਹਾਸ ਕੀ ਹੈ, ਜੋ ਐਟ ਪ੍ਰੈਜੈਂਟ, ਜੋ ਇਸ ਸਮੇਂ ਦੇ ਵਿੱਚ ਰਾਜਨੀਤੀ ਦੀਆਂ ਘਟਨਾਵਾਂ ਹੋ ਰਹੀਆਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਬਣ ਜਾਏਗਾ। ਇਸੇ ਤਰ੍ਹਾਂ ਹੀ ਬਰਗਸ ਜਿਹੜੇ ਨੇ ਉਹ ਉਦਾਹਰਨ ਦਿੰਦੇ ਇੱਕ ਤਰ੍ਹਾਂ ਨਾਲ ਇੱਕ ਦੱਸਣਾ ਚਾਹੁੰਦੇ ਆ ਸਾਨੂੰ ਕਿ ਜੇ ਇਤਿਹਾਸ ਅਤੇ ਰਾਜਨੀਤੀ ਸ਼ਾਸਤਰ ਨੂੰ ਵੱਖ ਕਰ ਦਿੱਤਾ ਜਾਵੇ ਤਾਂ ਉਹਨਾਂ ਵਿੱਚੋਂ ਇੱਕ ਮੁਰਦਾ ਨਹੀਂ ਤਾਂ ਅਪਾਹਜ ਜ਼ਰੂਰ ਹੋ ਜਾਵੇਗਾ। ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਇੱਕ ਵਿਸ਼ੇ ਦੀ ਪਹੁੰਚ ਤੋਂ ਬਿਨਾਂ ਦੂਸਰਾ ਵਿਸ਼ਾ ਕਿਤੇ ਨਾ ਕਿਤੇ ਅਧੂਰਾ ਰਹਿ ਜਾਂਦਾ ਹੈ। ਸੋ ਅਗਰ ਅਸੀਂ ਇੱਕ ਵਿਸ਼ੇ ਦਾ ਅਧਿਐਨ ਕਰਨਾ ਹੈ ਪੂਰੀ ਚੰਗੀ ਤਰ੍ਹਾਂ ਨਾਲ ਤਾਂ ਸਾਨੂੰ
ਦੂਸਰੇ ਵਿਸ਼ਿਆਂ ਦੀ ਮਦਦ ਜਿਹੜੀ ਆ ਉਹ ਲੈਣੀ ਪਏਗੀ। ਇਹਦਾ ਮਤਲਬ ਇਹ ਸਪਸ਼ਟ ਹੈ ਕਿ ਰਾਜਨੀਤੀ ਸ਼ਾਸਤਰ ਤੇ ਇਤਿਹਾਸ ਦੋਨੋਂ ਵੱਖਰੇ ਵੱਖਰੇ ਵਿਸ਼ੇ ਹੋਣ ਦੇ ਬਾਵਜੂਦ ਵੀ ਦੋਨਾਂ ਦਾ ਇੱਕ ਦੂਜੇ ਦੇ ਨਾਲ ਗਹਿਰਾ ਸੰਬੰਧ ਹੈ। ਆਓ ਦੇਖਦੇ ਹਾਂ ਥੋੜ੍ਹਾ ਜਿਹਾ ਵਿਸਥਾਰ ਵਿੱਚ ਚੱਲ ਕੇ ਕਿ ਇਹਨਾਂ ਦੋਨਾਂ ਦਾ ਆਪਸ ਵਿੱਚ ਕੀ ਸੰਬੰਧ ਹੈ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਇਤਿਹਾਸ ਦੀ ਰਾਜਨੀਤੀ ਸ਼ਾਸਤਰ ਨੂੰ ਕੀ ਦੇਣ ਹੈ। ਜਿਵੇਂ ਮੈਂ ਹੁਣੇ ਗੱਲ ਕਰਕੇ ਹਟਿਆ ਕਿ ਜੋ ਪਲ ਬੀਤ ਰਿਹਾ ਹੈ ਇਹ ਬੀਤਣ ਤੋਂ ਬਾਅਦ ਨਾਲ ਹੀ ਦੀ ਨਾਲ ਇਤਿਹਾਸ ਬਣ ਜਾਂਦਾ ਆ। ਇਤਿਹਾਸ ਰਾਜਨੀਤੀ ਸ਼ਾਸਤਰ ਨੂੰ ਸਮੱਗਰੀ ਪ੍ਰਦਾਨ ਕਰਦਾ ਹੈ। ਇਹਦਾ ਮਤਲਬ ਹੈ ਕਿ ਰਾਜਨੀਤੀ ਸ਼ਾਸਤਰ ਦਾ ਵਿਸ਼ਾ ਅਗਰ ਤੁਸੀਂ ਪੜ੍ਹਦੇ ਆ ਤਾਂ ਤੁਹਾਨੂੰ ਬੀਤੇ ਹੋਏ ਸਮੇਂ ਦੀਆਂ ਰਾਜਨੀਤਿਕ ਘਟਨਾਵਾਂ ਦਾ ਗਿਆਨ ਲੈਣਾ ਹੋਏਗਾ ਤਾਂ ਤੁਹਾਨੂੰ ਇਤਿਹਾਸ ਦੇਖਣਾ ਪਏਗਾ। ਅੱਜ ਤੋਂ ਪਹਿਲੇ ਜਿੰਨੀਆਂ ਵੀ ਸਰਕਾਰਾਂ ਹੋਈਆਂ ਉਹਨਾਂ ਨੇ ਕੀ ਪਾਲਿਸੀਜ਼ ਰੱਖੀਆਂ, ਕਿਹੜੇ ਕੰਮ ਕੀਤੇ ਹੈ, ਕਿਹੜੀਆਂ ਗੱਠਜੋੜ ਸਰਕਾਰਾਂ ਸਫਲ ਰਹੀਆਂ, ਕਿਹੜੀਆਂ ਅਸਫਲ ਰਹੀਆਂ, ਇਹ ਸਾਰੇ ਵਿਸ਼ੇ ਸਾਨੂੰ ਇਤਿਹਾਸ ਦੀ ਤਹਿ ਵਿੱਚ ਜਾ ਕੇ ਪਤਾ ਲੱਗਣਗੇ। ਇਹਦਾ ਮਤਲਬ ਹੈ ਕਿ ਸਾਡਾ ਜਿਹੜਾ ਅਧਿਐਨ ਹੈ ਉਹ ਇਤਿਹਾਸ ਦੇ ਅਧਿਐਨ ਤੋਂ ਬਿਨਾਂ ਰਾਜਨੀਤੀ ਸ਼ਾਸਤਰ ਦਾ ਅਧਿਐਨ ਅਧੂਰਾ ਰਹੇਗਾ। ਇਤਿਹਾਸ ਰਾਜਨੀਤਿਕ ਘਟਨਾਵਾਂ ਦਾ ਖਜ਼ਾਨਾ ਹੈ। ਮੈਂ ਹੁਣੇ ਦੱਸ ਕੇ ਹਟਿਆ ਕਿ ਜੋ ਵੀ ਘਟਨਾਵਾਂ ਬੀਤੇ ਸਮੇਂ ਦੇ ਵਿੱਚ ਹੋਈਆਂ ਉਹ ਸਾਰੀਆਂ ਨੂੰ ਅਸੀਂ ਇਤਿਹਾਸ ਦੇ ਵਿੱਚ ਸ਼ਾਮਲ ਕਰਦੇ ਹਾਂ ਔਰ ਉਹਨਾਂ ਤੋਂ ਬਿਨਾਂ ਇਤਿਹਾਸ ਖਾਲੀ ਕੋਰਾ ਅਧਿਐਨ ਰਹਿ ਜਾਏਗਾ। ਦੂਸਰਾ ਪੁਆਇੰਟ ਹੈ ਕਿ ਰਾਜਨੀਤਿਕ ਸੰਸਥਾਵਾਂ ਦੀਆਂ ਜੜ੍ਹਾਂ ਇਤਿਹਾਸ ਵਿੱਚ ਹੁੰਦੀਆਂ। ਜਿਵੇਂ ਉੱਪਰ ਪਹਿਲੇ ਪੁਆਇੰਟ ਦੇ ਵਿੱਚ ਆਪਾਂ ਇਹ ਪਿਕਚਰ ਦੇਖ ਸਕਦੇ ਸੀਗੇ ਕਿ ਵਾਟ ਇਜ਼ ਸਟੇਟ, ਰਾਜ ਕੀ ਹੈ। ਰਾਜਨੀਤੀ ਸ਼ਾਸਤਰ ਦਾ ਵਿਸ਼ਾ ਮੁੱਖ ਅਧਿਐਨ ਕੀ ਹੈ, ਰਾਜ ਕੀ ਹੈ, ਸਰਕਾਰ ਕੀ ਹੈ, ਕਿਵੇਂ ਸਰਕਾਰ ਬਣਦੀ ਹੈ, ਕੰਮ ਕਿਵੇਂ ਕਰਦੀ ਹੈ, ਜਾਂ ਬੀਤੇ ਸਮੇਂ ਦੇ ਵਿੱਚ ਕਿਹੜੀਆਂ ਰਾਜਨੀਤਿਕ ਘਟਨਾਵਾਂ ਹੋਈਆਂ। ਇਹ ਜਿੰਨੇ ਵੀ ਰਾਜੇ ਹੋਏ ਆ, ਮਹਾਰਾਜੇ ਹੋਏ ਆ, ਇਹਨਾਂ ਦੀਆਂ ਜਿੰਨੀਆਂ ਵੀ ਨੀਤੀਆਂ ਸੀਗੀਆਂ ਉਹ ਸਾਰੀਆਂ ਰਾਜਨੀਤਿਕ ਘਟਨਾਵਾਂ ਹੈਗੀਆਂ ਔਰ ਉਹ ਅੱਜ ਇਤਿਹਾਸ ਬਣ ਚੁੱਕੀਆਂ। ਸੋ ਸਾਨੂੰ ਇਤਿਹਾਸ ਜਿਹੜਾ ਆ ਰਾਜਨੀਤਿਕ ਸਮੱਗਰੀ ਪ੍ਰਦਾਨ ਕਰਦਾ। ਦੂਸਰਾ ਪੁਆਇੰਟ, ਜਿਵੇਂ ਤੁਸੀਂ ਦੇਖ ਰਹੇ ਹੋ ਇਹ ਸਾਰਕ ਦੀ ਫੋਟੋ ਲੱਗੀ ਹੋਈ ਹੈ। ਇਹ ਯੂਨਾਈਟਿਡ ਨੇਸ਼ਨ ਜਿਹਨੂੰ ਅਸੀਂ UNO ਕਹਿ ਦਿੰਦੇ ਹਾਂ, ਇਸੇ ਤਰ੍ਹਾਂ WHO ਜਾਂ ਹੋਰ ਬਹੁਤ ਸਾਰੀਆਂ ਰਾਜਨੀਤਿਕ ਸੰਸਥਾਵਾਂ ਕੰਮ ਕਰਦੀਆਂ ਅੱਜ ਦੇ ਸਮੇਂ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ। ਇਹ ਰਾਜਨੀਤਿਕ ਸੰਸਥਾਵਾਂ ਜਿੰਨੀਆਂ ਵੀ ਆ ਬੇਟੇ, ਇਹਨਾਂ ਦੀਆਂ ਜੜ੍ਹਾਂ ਇਤਿਹਾਸ ਵਿੱਚ ਹੁੰਦੀਆਂ। ਕੋਈ ਵੀ ਘਟਨਾ ਇੱਕਦਮ ਨਹੀਂ ਵਾਪਰ ਜਾਂਦੀ। ਅਗਰ ਕੋਈ ਸੰਸਥਾ ਬਣਦੀ ਹੈ ਤਾਂ ਉਹਦੇ ਪਿੱਛੇ ਇੱਕ ਲੰਬੀ ਕਾਰਨਾਂ ਦੀ ਲੜੀ ਹੁੰਦੀ ਹੈ ਕਿ ਕਿਉਂ ਇਹ ਸੰਸਥਾ ਹੋਂਦ ਵਿੱਚ ਲਿਆਉਣੀ ਪਈ ਔਰ ਇਹ ਕਿਵੇਂ ਕੰਮ ਕਰਦੀ ਹੈ। ਉਹ ਸਾਰਾ ਕੁਝ ਸਾਨੂੰ ਇਤਿਹਾਸ ਤੋਂ ਪਤਾ ਲੱਗਦਾ ਹੈ। ਇਹਦਾ ਮਤਲਬ ਅਗਰ ਕਿਸੇ ਸੰਸਥਾ ਦੇ ਬਾਰੇ 'ਚ ਅਸੀਂ ਪੜ੍ਹਨਾ ਆ, ਰਾਜਨੀਤਿਕ ਸੰਸਥਾ ਦੇ ਬਾਰੇ, ਸਾਨੂੰ ਇਤਿਹਾਸ ਨੂੰ ਝਾਤੀ ਮਾਰਨੀ ਪਏਗੀ। ਤੀਸਰਾ ਪੁਆਇੰਟ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਸੰਬੰਧ ਆ ਕਿ ਇਤਿਹਾਸ ਰਾਜਨੀਤੀ ਸ਼ਾਸਤਰ ਦੀ ਪ੍ਰਯੋਗਸ਼ਾਲਾ ਹੈ। ਗੱਲ ਫੇਰ ਮੋੜ ਕੇ ਉੱਥੇ ਆਏਗੀ ਕਿ ਇਤਿਹਾਸ ਦੇ ਵਿੱਚ ਜੋ ਘਟਨਾਵਾਂ ਹੋ ਚੁੱਕੀਆਂ ਰਾਜਨੀਤੀ ਦੇ ਵਿੱਚ ਪਹਿਲੇ, ਉਹ ਸਾਨੂੰ ਇਤਿਹਾਸ ਤੋਂ ਪਤਾ ਲੱਗਦਾ। ਤਾਂ ਅਸੀਂ ਇੱਕ ਰਾਜਨੀਤੀ ਸ਼ਾਸਤਰ ਦਾ ਵਿਦਿਆਰਥੀ ਜਿਹੜਾ ਆ ਉਹ ਬੀਤੇ ਸਮੇਂ ਦੀਆਂ ਹੋਈਆਂ ਘਟਨਾਵਾਂ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣ ਵਾਲਾ ਹੈ ਉਹਦਾ ਆਈਡੀਆ ਲਗਾਏਗਾ ਔਰ ਉਹਦੇ ਆਧਾਰ ਤੇ ਆਪਣੇ ਸਿੱਟੇ ਕੱਢਦਾ ਆ। ਇਸੇ ਤਰ੍ਹਾਂ ਜਿਹੜੇ ਸਾਡੇ ਰਾਜਨੀਤਿਕ ਨੇ ਉਹ ਵੀ ਬੀਤੇ ਹੋਏ ਸਮੇਂ ਦੀਆਂ ਹੋਈਆਂ ਘਟਨਾਵਾਂ ਤੋਂ ਸਿੱਖਿਆ ਲੈ ਕੇ ਅੱਗੇ ਚੱਲਦੇ ਆ। ਪਿਛਲੀਆਂ ਜੋ ਵੀ ਸਫਲਤਾਵਾਂ ਜਾਂ ਅਸਫਲਤਾਵਾਂ ਆ ਉਹਨਾਂ ਦੇ ਆਧਾਰ ਦੇ ਉੱਤੇ ਆਪਣੇ ਜੀਵਨ ਨੂੰ ਜਾਂ ਆਪਣੇ ਨਿਸ਼ਾਨਿਆਂ ਨੂੰ ਉਲੀਕਣ ਦੀ ਕੋਸ਼ਿਸ਼ ਕਰਦੇ ਆ। ਚੌਥਾ ਪੁਆਇੰਟ ਹੈ ਕਿ ਇਤਿਹਾਸ ਰਾਜਨੀਤੀ ਸ਼ਾਸਤਰ ਲਈ ਮਾਰਗਦਰਸ਼ਕ ਹੈ। ਮੈਂ ਹੁਣੇ ਦੱਸ ਚੁੱਕਿਆ ਕਿ ਇਤਿਹਾਸ ਕੀ ਹੈ। ਇਤਿਹਾਸ ਇੱਕ ਤਰ੍ਹਾਂ ਨਾਲ ਸਫਲਤਾਵਾਂ ਤੇ ਅਸਫਲਤਾਵਾਂ ਦਾ ਸਮੂਹ ਹੈ, ਜੋੜ ਹੈ। ਜੋ ਸਫਲਤਾਵਾਂ ਹੋ ਚੁੱਕੀਆਂ ਆਉਣ ਵਾਲੇ ਸਮੇਂ 'ਚ ਅਸੀਂ ਉਹਦੇ ਆਧਾਰ ਤੇ ਪਲੈਨਿੰਗ ਕਰ ਸਕਦੇ ਹਾਂ। ਜੋ ਅਸਫਲਤਾਵਾਂ ਹੋ ਚੁੱਕੀਆਂ ਉਹਨਾਂ ਤੋਂ ਅਸੀਂ ਸਿੱਖਿਆ ਲੈ ਕੇ ਆਪਣੇ ਆਪ ਨੂੰ ਉਹਨਾਂ ਚੀਜ਼ਾਂ ਤੋਂ ਬਚਾ ਸਕਦੇ ਹਾਂ ਤਾਂ ਕਿ ਸਾਨੂੰ ਦੁਬਾਰਾ ਤੋਂ ਉਹ ਨਿਰਾਸ਼ਾ ਹੱਥ ਨਾ ਲੱਗੇ। ਇਹਦਾ ਮਤਲਬ ਹੈ ਕਿ ਇਤਿਹਾਸ ਜਿਹੜਾ ਹੈ ਉਹ ਰਾਜਨੀਤੀ ਦਾ ਮਾਰਗਦਰਸ਼ਕ ਹੈ, ਰਾਹ ਦਸੇਰਾ ਹੈ। ਪੰਜਵਾਂ ਪੁਆਇੰਟ ਹੈ ਕਿ ਇਤਿਹਾਸ ਰਾਜਨੀਤਿਕ ਪ੍ਰਣਾਲੀ ਵਿੱਚ ਪਰਿਵਰਤਨ ਦੀ ਵਿਆਖਿਆ ਕਰਦਾ ਹੈ। ਬੇਟੇ ਰਾਜਨੀਤਿਕ ਪ੍ਰਣਾਲੀ ਜਿਹੜੀ ਹੈ ਇਹਦੇ ਵਿੱਚ ਚੇਂਜਸ ਆਉਂਦੀਆਂ। ਜਿਵੇਂ ਮੈਂ ਇਹ ਲਾਇਆ ਪੂੰਜੀਵਾਦ ਹੈ, ਸਮਾਜਵਾਦ ਹੈ ਜਾਂ ਉਦਾਰਵਾਦ ਦੀਆਂ ਕਿਸਮਾਂ ਜਿਹੜੀਆਂ ਹੈਗੀਆਂ ਵੱਖ-ਵੱਖ, ਇਹ ਤੁਸੀਂ ਅੱਗੇ ਜਾ ਕੇ ਪੜ੍ਹੋਗੇ। ਇਹਨਾਂ ਸਾਰੀਆਂ ਦੇ ਵਿੱਚ ਪਰਿਵਰਤਨ ਕਿਉਂ ਆਇਆ, ਕਿਹੜੇ ਕਾਰਨ ਸੀਗੇ ਇਹਨਾਂ ਦੇ ਪਿੱਛੇ। ਉਦਾਰਵਾਦ ਤੋਂ ਬਾਅਦ ਪੂੰਜੀਵਾਦ ਤੋਂ ਬਾਅਦ ਫਿਰ ਅਸੀਂ ਸਮਾਜਵਾਦ ਵੱਲ ਜਾਂਦੇ ਹਾਂ। ਫਿਰ ਇਹਨਾਂ ਦੀ ਜਦੋਂ ਕਮੀਆਂ ਸਾਹਮਣੇ ਆਉਂਦੀਆਂ ਤਾਂ ਫਿਰ ਮੁੜ ਕੇ ਅਸੀਂ ਉਦਾਰਵਾਦ ਜਾਂ ਕਿਸੇ ਹੋਰ ਵਾਦ ਵੱਲ ਆ ਜਾਂਦੇ ਹਾਂ। ਅਸੀਂ ਇਸ ਤਰ੍ਹਾਂ ਰਾਜਨੀਤਿਕ ਪ੍ਰਣਾਲੀ ਵਿੱਚ ਹਮੇਸ਼ਾ ਚੇਂਜ ਆਉਂਦੀ ਰਹਿੰਦੀ ਹੈ। ਉਹ ਕਿੱਥੋਂ ਪਤਾ ਲੱਗੇਗੀ? ਉਹ ਸਾਨੂੰ ਇਤਿਹਾਸ ਤੋਂ ਪਤਾ ਲੱਗੇਗੀ। ਜਿਵੇਂ ਇਹ ਸਾਹਮਣੇ ਤੁਸੀਂ ਪਿਕਚਰ ਦੇਖ ਰਹੇ ਹੋ, ਇਹ ਰਾਜਨੀਤਿਕ ਘਟਨਾਵਾਂ ਹੈਗੀਆਂ। ਇਹ ਕਿਸਾਨ ਅੰਦੋਲਨ ਦੀ ਲੱਗੀ ਆ। ਇਹੋ ਜਿਹੀਆਂ ਘਟਨਾਵਾਂ ਨੂੰ ਲੈ ਕੇ ਜਿਹੜੇ ਸਾਡੇ ਰਾਜਨੀਤਿਕ ਨੇ ਉਹ ਇਹਨਾਂ ਤੋਂ ਸਿੱਖਿਆ ਗ੍ਰਹਿਣ ਕਰ ਸਕਦੇ ਆ। ਸੋ ਸਾਨੂੰ ਇਸ ਸਲਾਈਡ ਤੋਂ ਇਹ ਪਤਾ ਲੱਗਿਆ ਕਿ ਇਤਿਹਾਸ ਦੀ ਰਾਜਨੀਤੀ ਸ਼ਾਸਤਰ ਨੂੰ ਬਹੁਤ ਵੱਡੀ ਦੇਣ ਹੈ। ਆਓ ਅੱਗੇ ਚੱਲਦੇ ਹਾਂ ਤੇ ਦੇਖਦੇ ਹਾਂ ਕਿ ਰਾਜਨੀਤੀ ਸ਼ਾਸਤਰ ਜਿਹੜੀ ਆ ਇਹ ਇਤਿਹਾਸ ਨੂੰ ਕੀ ਦਿੰਦੀ ਹੈ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਅੱਜ ਦੀ ਰਾਜਨੀਤੀ ਕੱਲ੍ਹ ਦਾ ਇਤਿਹਾਸ ਬਣਦੀ ਹੈ। ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਕਮਲ ਦਾ ਫੁੱਲ ਹੈ, ਵੱਖ-ਵੱਖ ਝਾੜੂ ਹੈ ਜਾਂ ਪੰਜਾ ਹੈ। ਇਹ ਵੱਖ-ਵੱਖ ਸਾਡੀਆਂ ਰਾਜਨੀਤਿਕ ਪਾਰਟੀਆਂ ਨੂੰ ਦਰਸਾਉਂਦੇ ਪਏ ਆ। ਉੱਪਰ ਤੁਸੀਂ ਦੇਖ ਰਹੇ ਹੋ ਕਿ ਰਾਜਨੀਤਿਕ ਲੀਡਰਾਂ ਦੀ ਜਿਹੜੀ ਹੈ ਉਹ ਮੀਟਿੰਗ ਹੋ ਰਹੀ ਹੈ। ਇਹ ਪਿਕਚਰਸ ਸਿਰਫ ਤੁਹਾਨੂੰ ਯਾਦ ਕਰਾਉਣ ਵਾਸਤੇ ਲਗਾਈਆਂ ਗਈਆਂ ਤਾਂ ਕਿ ਤੁਹਾਨੂੰ ਇਹਨਾਂ ਪਿਕਚਰਸ ਦੇ ਨਾਲ ਕੁਝ ਗੱਲਾਂ ਰਿਲੇਟ ਕਰਕੇ ਕੁਝ ਗੱਲਾਂ ਇਹਨਾਂ ਦੇ ਨਾਲ ਤੁਹਾਨੂੰ ਯਾਦ ਰਹਿ ਸਕਣ। ਅੱਜ ਦੀ ਰਾਜਨੀਤੀ ਕੱਲ੍ਹ ਦਾ ਇਤਿਹਾਸ, ਜੋ ਘਟਨਾਵਾਂ ਅੱਜ ਵਾਪਰ ਰਹੀਆਂ
ਉਹ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਬਣ ਜਾਣੀਆਂ ਹੈ। ਉਹਨਾਂ ਨੂੰ ਦੇਖ ਕੇ ਹੀ ਅਸੀਂ ਅਗਲੀ ਰਾਜਨੀਤੀ ਜਿਹੜੀ ਹੈ ਉਹਦਾ ਲੇਖਾ ਜੋਖਾ ਕਰਾਂਗੇ। ਦੂਸਰਾ ਪੁਆਇੰਟ ਹੈ ਕਿ ਰਾਜਨੀਤਿਕ ਘਟਨਾਵਾਂ ਦੇ ਅਧਿਐਨ ਤੋਂ ਬਿਨਾਂ ਇਤਿਹਾਸ ਅਧੂਰਾ ਹੈ। ਮੈਂ ਪਹਿਲੇ ਵੀ ਕਹਿ ਚੁੱਕਾ, ਜਿਵੇਂ ਅਸੀਂ ਇਸ ਪਿਕਚਰਾਂ ਥੱਲੇ ਲੱਗੀਆਂ ਦੇਖ ਸਕਦੇ ਹਾਂ, ਕਿਸਾਨ ਅੰਦੋਲਨ ਹੈ ਜਾਂ 1947 ਦੀ ਘਟਨਾ ਹੈ ਜਾਂ ਜਲਿਆਂਵਾਲੇ ਬਾਗ ਦੀ ਘਟਨਾ ਹੈ, ਇਹ ਜਿਹੜੀਆਂ ਰਾਜਨੀਤਿਕ ਘਟਨਾਵਾਂ ਨੇ ਇਹਨਾਂ ਦਾ ਅਸੀਂ ਅਧਿਐਨ ਨਹੀਂ ਕਰਾਂਗੇ ਤਾਂ ਸਾਡਾ ਇਤਿਹਾਸਕ ਅਧਿਐਨ ਅਧੂਰਾ ਰਹੇਗਾ। ਇਹਦਾ ਮਤਲਬ ਇਹ ਘਟਨਾਵਾਂ ਕਿਤੇ ਨਾ ਕਿਤੇ ਰਾਜਨੀਤਿਕ ਸਨ, ਇਹਨਾਂ ਦੇ ਕਾਰਨ ਰਾਜਨੀਤਿਕ ਸਨ, ਲੇਕਿਨ ਇਹ ਇਤਿਹਾਸ ਦਾ ਅੰਗ ਬਣੀਆਂ ਹੋਈਆਂ। ਅੱਜ ਇਹਨਾਂ ਨੂੰ ਤੁਸੀਂ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਵੀ ਪੜ੍ਹਦੇ ਹੋ। ਰਾਜਨੀਤਿਕ ਘਟਨਾਵਾਂ ਇਤਿਹਾਸ ਦਾ ਨਿਰਮਾਣ ਕਰਦੀਆਂ। ਉਹੀ ਪੁਆਇੰਟ ਫਿਰ ਆਏਗਾ ਦੁਬਾਰਾ ਕਿ ਜਿਹੜੀਆਂ ਰਾਜਨੀਤਿਕ ਘਟਨਾਵਾਂ ਕਿਤੇ ਨਾ ਕਿਤੇ ਜਦੋਂ ਦੇਸ਼ ਆਜ਼ਾਦ ਹੋਇਆ ਇਹਦੇ ਪਿੱਛੇ ਵੱਖ-ਵੱਖ ਰਾਜਨੀਤਿਕ ਕਾਰਨ ਸੀਗੇ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਜਿਹੜੀਆਂ, ਚਾਹੇ ਉਹ ਮੁਸਲਿਮ ਲੀਗ ਸੀ, ਚਾਹੇ ਉਹ ਕਾਂਗਰਸ ਪਾਰਟੀ ਸੀ, ਇਹਨਾਂ ਦੇ ਜਿਹੜੇ ਨੇਤਾ ਨੇ ਔਰ ਹੋਰ ਬਹੁਤ ਸਾਰੇ ਕਾਰਨ ਜਿਨ੍ਹਾਂ ਦੇ ਕਰਕੇ ਦੇਸ਼ ਦੀ ਵੰਡ ਹੋਈ, ਇਹ ਸਾਨੂੰ ਜਾਣਨੇ ਪੈਣਗੇ ਕਾਰਨ। ਇਹਦਾ ਮਤਲਬ ਕਿ ਜਿਹੜੀਆਂ ਰਾਜਨੀਤਿਕ ਘਟਨਾਵਾਂ ਹੁੰਦੀਆਂ ਉਹ ਆਉਣ ਵਾਲੇ ਸਮੇਂ ਦਾ ਇਤਿਹਾਸ ਨਿਰਮਾਣ ਕਰਦੀਆਂ। ਚਾਹੇ ਤੁਸੀਂ ਵੱਖ-ਵੱਖ ਦੇਸ਼ਾਂ ਦੇ ਜੰਗਾਂ ਯੁੱਧਾਂ ਦੀ ਗੱਲ ਕਰ ਲਓ, ਪਾਕਿਸਤਾਨ ਚਾਈਨਾ ਨਾਲ ਭਾਰਤ ਦੇ ਜਿਹੜੇ ਜੰਗ ਹੋਏ ਆ ਉਹਨਾਂ ਦੇ ਪਿੱਛੇ ਕਿਤੇ ਨਾ ਕਿਤੇ ਰਾਜਨੀਤਿਕ ਮੋਟਿਵ ਹੁੰਦੇ ਆ ਔਰ ਉਹ ਘਟਨਾਵਾਂ ਇਤਿਹਾਸਕ ਘਟਨਾਵਾਂ ਬਣ ਜਾਂਦੀਆਂ। ਸੋ ਰਾਜਨੀਤੀ ਸ਼ਾਸਤਰ ਦੀ ਇਤਿਹਾਸ ਨੂੰ ਬਹੁਤ ਵੱਡੀ ਦੇਣ ਹੈ। ਇਹਨਾਂ ਦੇ ਵਿੱਚ ਕਿਉਂਕਿ ਆਪਾਂ ਦੱਸਿਆ ਸੀ ਸ਼ੁਰੂ ਦੇ ਵਿੱਚ ਹੀ ਕਿ ਵੱਖਰੇ ਵੱਖਰੇ ਸਾਇੰਸ ਹੈ, ਵੱਖਰੇ ਵੱਖਰੇ ਵਿਸ਼ੇ ਹੈ। ਸੋ ਰਾਜਨੀਤੀ ਸ਼ਾਸਤਰ ਦੇ ਇਤਿਹਾਸ ਦੇ ਵਿੱਚ ਬਹੁਤ ਗਹਿਰੇ ਸੰਬੰਧ ਵੀ ਹੈ, ਪਰ ਇਹਦੇ ਬਾਵਜੂਦ ਵੀ ਕੁਝ ਇੱਕ ਬਰੀਕ ਅੰਤਰ ਵੀ ਹੈਗੇ ਨੇ ਦੋਨਾਂ ਵਿਸ਼ਿਆਂ ਦੇ। ਪਹਿਲੀ ਗੱਲ, ਇਤਿਹਾਸ ਦਾ ਖੇਤਰ ਰਾਜਨੀਤੀ ਸ਼ਾਸਤਰ ਨਾਲੋਂ ਬਹੁਤ ਵਿਸ਼ਾਲ ਹੈ। ਜਿਵੇਂ ਮੈਂ ਦੱਸਿਆ ਸੀ, ਦੇਖੋ ਜੇ ਰਾਜਨੀਤੀ ਦੀ ਗੱਲ ਕਰਾਂਗੇ ਉਹਦਾ ਸੰਬੰਧ ਸਿਰਫ ਰਾਜ, ਸਰਕਾਰ ਜਾਂ ਰਾਜਨੀਤਿਕ ਘਟਨਾਵਾਂ ਦੇ ਨਾਲ ਹੈ, ਲੇਕਿਨ ਇਤਿਹਾਸ ਦੇ ਢਿੱਡ ਦੇ ਵਿੱਚ, ਇਤਿਹਾਸ ਦੇ ਅੰਦਰ ਬਹੁਤ ਕੁਝ ਸਮਾਇਆ ਹੋਇਆ ਹੈ। ਉਹਦੇ ਅੰਦਰ ਰਾਜਨੀਤੀ ਵੀ ਹੈ, ਉਹਦੇ ਅੰਦਰ ਅਰਥ ਸ਼ਾਸਤਰ ਵੀ ਹੈ। ਪਹਿਲੀ ਦੇਖ ਸਕਦੇ ਹੋ ਤੁਸੀਂ ਪਿਕਚਰ, ਇਹ 'ਚ ਹਿਸਟਰੀ ਵੀ ਹੈ ਔਰ ਸੋਸ਼ਲ ਹਿਸਟਰੀ ਹੈ, ਪੋਲੀਟੀਕਲ ਹਿਸਟਰੀ ਹੈ, ਵੱਖ-ਵੱਖ ਤਰ੍ਹਾਂ ਦੇ ਜਿਹੜੇ ਵਿਸ਼ੇ ਹੈ ਉਹ ਹਿਸਟਰੀ ਦੀ ਕੁੱਖ ਦੇ ਵਿੱਚ ਸਮਾਏ ਹੋਏ ਹੈ। ਇਹਦਾ ਮਤਲਬ ਹੈ ਕਿ ਜਿਹੜਾ ਇਤਿਹਾਸ ਹੈ ਉਹ ਬਹੁਤ ਵਾਈਡ ਹੈ, ਉਹਦਾ ਖੇਤਰ ਬਹੁਤ ਵੱਡਾ ਹੈ, ਤੇ ਜਿਹੜਾ ਰਾਜਨੀਤੀ ਸ਼ਾਸਤਰ ਹੈ ਉਹ ਕੇਵਲ ਇੱਕ ਵਿਸ਼ੇ ਦਾ ਅਧਿਐਨ ਕਰਦਾ ਹੈ। ਦੂਸਰਾ ਪੁਆਇੰਟ ਹੈ, ਇਤਿਹਾਸ ਦਾ ਸੰਬੰਧ ਕੇਵਲ ਭੂਤਕਾਲ ਨਾਲ ਹੈ, ਜਦਕਿ ਰਾਜਨੀਤੀ ਭੂਤ, ਵਰਤਮਾਨ ਤੇ ਭਵਿੱਖ ਨਾਲ ਸੰਬੰਧਿਤ ਹੈ। ਇਤਿਹਾਸ ਦੇ ਵਿੱਚ ਉਹੀ ਘਟਨਾਵਾਂ ਆਉਂਦੀਆਂ ਜਿਹੜੇ ਫੈਕਟ ਬਣ ਜਾਂਦੇ ਆ, ਤੱਥ ਹੈ ਔਰ ਹੋ ਚੁੱਕੀਆਂ ਘਟਨਾਵਾਂ ਹੁੰਦੀਆਂ। ਲੇਕਿਨ ਰਾਜਨੀਤੀ ਵਿੱਚ ਅਸੀਂ ਪਿੱਛੇ ਕੀ ਹੋ ਚੁੱਕਿਆ, ਅੱਜ ਕੀ ਹੋ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗਾ, ਇਹਨਾਂ ਦੇ ਆਧਾਰ ਦੇ ਉੱਤੇ ਉਹ ਸਾਰੀਆਂ ਪਲੈਨਿੰਗਸ, ਉਹ ਸਾਰੀਆਂ ਚੀਜ਼ਾਂ ਦਾ ਅਧਿਐਨ ਜਿਹੜਾ ਰਾਜਨੀਤੀ ਵਿੱਚ ਕਰਦੇ ਹਾਂ। ਸੋ ਇਹ ਤਿੰਨਾਂ ਵਿਸ਼ਿਆਂ ਦੇ ਨਾਲ ਜਿਉਂਦਾ ਜਾਗਦਾ ਵਿਸ਼ਾ ਹੈ ਜਿਹੜਾ ਤੁਸੀਂ ਅੱਜ ਪੜ੍ਹ ਰਹੇ ਹੋ। ਇਤਿਹਾਸ ਵਿਆਖਿਆ ਕਰਦਾ ਹੈ, ਇਹਦੀ ਵਿਧੀ ਜਿਹੜੀ ਆ ਵਿਆਖਿਆਤਮਕ ਹੈ, ਜਦਕਿ ਰਾਜਨੀਤੀ ਸ਼ਾਸਤਰ ਜਿਹੜਾ ਉਹ ਵਿਸ਼ਲੇਸ਼ਣ ਕਰਦਾ ਹੈ ਜਾਂ ਵਿਸ਼ਲੇਸ਼ਣ ਵਿਧੀ ਦੀ ਵਰਤੋਂ ਕਰਦਾ ਹੈ। ਤੁਸੀਂ ਦੇਖ ਸਕਦੇ ਹੋ, ਮੈਂ ਇੱਕ ਪਿਕਚਰ ਲਗਾਈ ਤੁਹਾਡੀ ਸੌਖ ਵਾਸਤੇ, ਗਲੋਬ ਹੈ, ਜਾਂ ਇੱਥੇ ਅਸੀਂ ਕੋਈ ਹੋਰ ਵੀ ਘਟਨਾ ਲੈ ਸਕਦੇ ਹਾਂ ਕਿ ਸਿਰਫ ਇਹ ਟੀਚਰ ਜਿਹੜਾ ਬੱਚਿਆਂ ਨੂੰ ਐਕਸਪਲੇਨ ਕਰ ਰਿਹਾ ਕਿ ਜੋ ਕੁਝ ਘਟਨਾ ਹੋਈ ਹੈ ਇਤਿਹਾਸ ਦੇ, ਚਾਹੇ ਉਹ ਕਿਸੇ ਜੰਗ ਯੁੱਧ ਦੀ ਗੱਲ ਕਰ ਰਿਹਾ, ਚਾਹੇ ਇਹ ਮੈਪ ਦੀ ਗੱਲ ਹੋ ਰਹੀ ਹੈ, ਤਾਂ ਸਿਰਫ ਐਕਸਪਲੇਨ ਕਰਕੇ ਦੱਸਿਆ ਜਾਂਦਾ ਹੈ ਕਿ ਇਹ ਚੀਜ਼ ਇਸ ਤਰ੍ਹਾਂ ਹੈ। ਜਦ ਕਿ ਦੂਸਰੇ ਬੰਨੇ ਜਦੋਂ ਅਸੀਂ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਵਿਸ਼ਲੇਸ਼ਣ ਕਰਨਾ ਪੈਂਦਾ ਹੈ ਕਿ ਜੇ ਰਾਜਨੀਤਿਕ ਧਾਰਾ ਬਦਲੀ, ਰਾਜਨੀਤਿਕ ਪ੍ਰਣਾਲੀ ਬਦਲੀ, ਰਾਜੇ ਬਦਲੇ, ਰਾਜ ਬਦਲਿਆ, ਸਰਕਾਰਾਂ ਬਦਲ ਰਹੀਆਂ, ਕਿਉਂ ਬਦਲ ਰਹੀਆਂ, ਉਹਨਾਂ ਦੇ ਪਿੱਛੇ ਐਨਾਲਿਸਿਸ ਕਰਨਾ ਪਊਗਾ। ਅਗਰ ਕੋਈ ਗੱਠਜੋੜ ਸਰਕਾਰ ਟੁੱਟ ਗਈ, ਰਲੀ ਮਿਲੀ ਸਰਕਾਰ ਜਿਸ ਨੂੰ ਅਸੀਂ ਕਹਿੰਦੇ ਹਾਂ, ਤੁਹਾਡੇ ਲਈ ਇਹ ਵਿਸ਼ਾ ਨਵਾਂ, ਇਸ ਕਰਕੇ ਕੁਝ ਗੱਲਾਂ ਦੁਬਾਰਾ ਤੋਂ ਦੁਹਰਾਉਣੀਆਂ ਪੈਂਦੀਆਂ ਤੁਹਾਡੇ ਵਾਸਤੇ। ਮਿਲੀ ਜੁਲੀ ਸਰਕਾਰ ਜਿਹੜੀ ਹੈ ਕਿਉਂ ਟੁੱਟੀ, ਜਾਂ ਜੇ ਕੋਈ ਕਾਮਯਾਬ ਹੋਈ ਆ ਤਾਂ ਕਿਉਂ ਕਾਮਯਾਬ ਹੋਈ, ਉਹਦਾ ਐਨਾਲਿਸਿਸ ਕਰਨਾ ਪਏਗਾ। ਉਹਦੇ ਆਧਾਰ ਦੇ ਉੱਤੇ ਅਸੀਂ ਅੱਗੇ ਚੱਲ ਕੇ ਜਿਹੜੀ ਚੰਗੀ ਰਾਜਨੀਤੀ ਕਰਨ ਦੇ ਯੋਗ ਹੋ ਸਕਦੇ ਹਾਂ। ਸੋ ਬੇਸ਼ੱਕ ਇਹਨਾਂ ਵਿਸ਼ਿਆਂ ਦੇ ਵਿੱਚ ਬਹੁਤ ਗਹਿਰਾ ਸੰਬੰਧ ਹੈ, ਦੋਨਾਂ ਦੇ ਵਿੱਚ ਆਪਸ ਵਿੱਚ ਇੱਕ ਦੂਜੇ ਨਾਲ ਬਹੁਤ ਗਹਿਰਾ ਸੰਬੰਧ ਹੈ, ਲੈਣ ਦੇਣ ਹੈ ਇੱਕ ਦੂਸਰੇ ਨਾਲ, ਪਰ ਇਹਨਾਂ ਦੇ ਵਿੱਚ ਕੁਝ ਬਰੀਕ ਅੰਤਰ ਹੈ ਜਿਹੜੇ ਤੁਹਾਡੇ ਨਾਲ ਮੈਂ ਸਾਂਝੇ ਕੀਤੇ ਆ, ਯਾਦ ਰੱਖਣ ਦੀ ਕੋਸ਼ਿਸ਼ ਕਰਨਾ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ, ਸਾਡਾ ਦੂਸਰਾ ਵਿਸ਼ਾ ਅੱਜ ਦਾ ਹੈ ਰਾਜਨੀਤੀ ਸ਼ਾਸਤਰ ਤੇ ਅਰਥ ਸ਼ਾਸਤਰ। ਸਭ ਤੋਂ ਪਹਿਲਾਂ ਬੇਟੇ, ਰਾਜਨੀਤੀ ਸ਼ਾਸਤਰ ਦਾ ਤੁਸੀਂ ਹੁਣ ਤੱਕ 1-2 ਚੈਪਟਰ ਕਰ ਚੁੱਕੇ ਆ ਆਪਣੀਆਂ ਕਲਾਸਾਂ 'ਚ ਬੈਠ ਕੇ, ਤੁਹਾਨੂੰ ਦੱਸ ਦਿੱਤਾ ਗਿਆ ਕਿ ਰਾਜਨੀਤੀ ਸ਼ਾਸਤਰ ਜਿਹੜਾ ਸਾਡਾ ਵਿਸ਼ਾ ਹੈਗਾ ਇਹ ਤਾਂ ਰਾਜ ਨਾਲ, ਸਰਕਾਰ ਨਾਲ ਜਾਂ ਰਾਜਨੀਤਿਕ ਪ੍ਰਣਾਲੀਆਂ, ਰਾਜਨੀਤਿਕ ਗਤੀਵਿਧੀਆਂ ਨਾਲ, ਭਾਵ ਕਿ ਮਨੁੱਖ ਦੀ ਰਾਜਨੀਤੀ ਨਾਲ ਸੰਬੰਧਿਤ ਵਿਸ਼ਾ ਹੈ। ਜਦਕਿ ਜਿਹੜਾ ਅਰਥ ਸ਼ਾਸਤਰ ਹੈ ਇਹ ਧਨ ਨਾਲ ਜੁੜਿਆ ਹੋਇਆ ਵਿਸ਼ਾ ਹੈ। ਸੋ ਦੋਨੋਂ ਅਲੱਗ-ਅਲੱਗ ਵਿਗਿਆਨ ਹੈਗੇ ਆ, ਦੋਨੋਂ ਅਲੱਗ-ਅਲੱਗ ਸੋਸ਼ਲ ਸਾਇੰਸ ਹੈਗੀਆਂ। ਆਓ ਦੇਖਦੇ ਹਾਂ, ਰਾਜਨੀਤਿਕ ਵਿਗਿਆਨ ਜਿਹੜਾ ਹੈਗਾ ਇਹ ਅਰਥ ਸ਼ਾਸਤਰ ਮਨੁੱਖੀ ਜੀਵਨ ਦੇ ਵੱਖ-ਵੱਖ ਪਹਿਲੂਆਂ ਨਾਲ ਸੰਬੰਧਿਤ ਵਿਸ਼ੇ ਹੈ, ਫਿਰ ਵੀ ਦੋਨਾਂ ਦੇ ਵਿੱਚ ਬਹੁਤ ਗੂੜਾ ਸੰਬੰਧ ਹੈ। ਜਿਵੇਂ ਅਸੀਂ ਪਹਿਲਾਂ ਇਤਿਹਾਸ ਦਾ ਰਾਜਨੀਤੀ ਨਾਲ ਗੂੜਾ ਸੰਬੰਧ ਦੇਖਿਆ, ਇਸੇ ਤਰ੍ਹਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਰਾਜਨੀਤੀ ਸ਼ਾਸਤਰ ਦਾ ਅਰਥ ਸ਼ਾਸਤਰ ਦੇ ਨਾਲ ਕੋਈ ਸੰਬੰਧ ਨਹੀਂ। ਇਹਨਾਂ ਦੋਨਾਂ ਵਿਸ਼ਿਆਂ ਦਾ ਵੀ ਬੜਾ ਗਹਿਰਾ ਸੰਬੰਧ ਹੈ। ਯੂਨਾਨੀ ਵਿਦਵਾਨ ਅਰਥ ਸ਼ਾਸਤਰ ਨੂੰ ਰਾਜਨੀਤਿਕ ਅਰਥ ਵਿਵਸਥਾ ਯਾਨੀ ਪੋਲੀਟੀਕਲ ਇਕੋਨਮੀ ਦਾ ਨਾਮ ਦਿੰਦੇ ਸੀ। ਦੇਖੋ ਤੁਸੀਂ ਇਸ ਗੱਲ ਨੂੰ ਸਮਝੋ ਤੁਸੀਂ ਕਿ 3-4 ਸਦੀ ਦੇ ਵਿੱਚ ਇਹ ਕੌਟਲਿਆ, ਜਿਨ੍ਹਾਂ ਨੂੰ ਵਿਸ਼ਨੂੰ ਗੁਪਤ ਵੀ ਕਿਹਾ ਜਾਂਦਾ ਹੈ, ਮੌਰੀਆ ਸਾਮਰਾਜ ਦੇ ਪ੍ਰਧਾਨ ਮੰਤਰੀ ਸੀਗੇ, ਜਿਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋਵੋਗੇ। ਮੇਰੇ ਖਿਆਲ ਇਹਨਾਂ ਦਾ ਆਪਣਾ ਇਤਿਹਾਸ ਦੇ ਵਿੱਚ ਇੱਕ ਬਹੁਤ
ਵਿਸ਼ੇਸ਼ ਨਾਮ ਹੈ, ਜਿਨ੍ਹਾਂ ਨੂੰ ਚਾਣਕਿਆ ਦੇ ਨਾਮ ਤੇ ਤੁਸੀਂ ਜ਼ਰੂਰ ਸੁਣਿਆ ਹੋਵੇਗਾ। ਇਹਨਾਂ ਨੇ ਕਿਤਾਬ ਲਿਖੀ ਅਰਥ ਸ਼ਾਸਤਰਾ। ਦਰਅਸਲ ਇਹ ਸਟੇਟ ਦੇ ਬਾਰੇ ਵਿੱਚ ਲਿਖੀ ਹੋਈ ਕਿਤਾਬ ਹੈ ਕਿ ਇੱਕ ਰਾਜ ਜਿਹੜਾ ਉਹ ਕਿਵੇਂ ਚਲਾਇਆ ਜਾਣਾ ਚਾਹੀਦਾ ਹੈ, ਇੱਕ ਰਾਜ ਦੀ ਅਰਥ ਵਿਵਸਥਾ ਕਿਵੇਂ ਕੰਮ ਕਰਦੀ ਹੈ। ਇਹ 3 4 ਈਸਾ ਪੂਰਵ ਦੀ ਗੱਲ ਕਰ ਰਿਹਾ। ਔਰ ਉਸ ਤੋਂ ਬਾਅਦ ਦੇਖੋ ਐਡਮ ਸਮਿਥ ਜੀ ਨੇ 18ਵੀਂ ਸਦੀ ਦੇ ਵਿੱਚ, ਇਹ ਨੇ ਐਡਮ ਸਮਿਥ, ਫੋਟੋ ਲਾਈ ਹੈ, 18ਵੀਂ ਸਦੀ ਦੇ ਵਿੱਚ ਆ ਕੇ ਇਹਨਾਂ ਨੇ ਕਿਤਾਬ ਲਿਖੀ ਦਾ ਵੈਲਥ ਆਫ ਨੇਸ਼ਨ, ਕਿ ਇੱਕ ਨੇਸ਼ਨ ਜਿਹੜੀ ਹੈ ਉਹਦੇ ਧਨ ਦੀ ਵੰਡ, ਧਨ ਦਾ ਉਤਪਾਦਨ ਔਰ ਧਨ ਦੀ ਖਪਤ ਕਿਵੇਂ ਕੀਤੀ ਜਾਣੀ ਚਾਹੀਦੀ ਹੈ, ਉਹਦੇ ਨਾਲ ਜੁੜਿਆ ਹੋਇਆ ਵਿਸ਼ਾ। ਇਹਨਾਂ ਨੇ ਐਡਮ ਸਮਿਥ ਜੀ ਨੇ ਅਰਥ ਸ਼ਾਸਤਰ ਨੂੰ ਇੱਕ ਅਲੱਗ ਵਿਸ਼ੇ ਦੇ ਤੌਰ ਤੇ ਪਹਿਚਾਣ ਦਿੱਤੀ ਹੈ। ਇਸ ਤੋਂ ਪਹਿਲਾਂ ਇਹ ਵਿਸ਼ਾ ਜਿਹੜਾ ਆ, ਇਹ ਤੁਹਾਨੂੰ ਮੈਂ ਦੱਸਿਆ ਕਿ ਪੋਲੀਟੀਕਲ ਇਕੋਨਮੀ ਯਾਨੀ ਕਿ ਰਾਜਨੀਤਿਕ ਅਰਥ ਵਿਵਸਥਾ ਦੇ ਨਾਮ ਤੇ ਜਾਣਿਆ ਜਾਂਦਾ ਸੀ। ਸੋ ਇਸ ਗੱਲ ਤੋਂ ਅਸੀਂ ਸਮਝ ਸਕਦੇ ਹਾਂ ਕਿ ਪੁਰਾਤਨ ਸਮੇਂ ਤੋਂ ਹੀ ਰਾਜਨੀਤੀ ਸ਼ਾਸਤਰ ਦਾ ਅਰਥ ਸ਼ਾਸਤਰ ਦੇ ਨਾਲ ਬਹੁਤ ਗਹਿਰਾ ਸੰਬੰਧ ਹੈ। ਕੁਝ ਵਿਦਵਾਨ ਤਾਂ ਇਹਨਾਂ ਨੂੰ ਇੱਕ ਹੀ ਵਿਸ਼ੇ ਦੇ ਤੌਰ ਤੇ ਮੰਨਣਾ ਜਿਹੜਾ ਉਹ ਜ਼ਿਆਦਾ ਠੀਕ ਸਮਝਦੇ ਸੀ, ਪਰ ਐਡਮ ਸਮਿਥ ਨੇ ਇਸ ਨੂੰ ਇੱਕ ਅਲੱਗ ਵਿਸ਼ੇ ਦੇ ਤੌਰ ਤੇ ਪਹਿਚਾਣ ਦਿੱਤੀ ਹੈ। ਇਹ ਤੁਸੀਂ ਦੇਖ ਰਹੇ ਹੋ ਕਰੰਸੀ ਲੱਗੀ ਹੋਈ ਹੈ ਔਰ ਇਹ ਵਿਸ਼ਾ ਇਕਨੋਮਿਕਸ ਨੂੰ ਸ਼ੋ ਕਰਦਾ ਕਿ ਸਾਡੀਆਂ ਜਿਹੜੀਆਂ ਕਰਦਾ ਕੀ ਹੈ, ਇਹ ਵਿਸ਼ਾ ਕੀ ਸਟੱਡੀ ਕਰਦਾ ਹੈ। ਅਰਥ ਸ਼ਾਸਤਰ ਦਾ ਅਰਥ ਹੈ ਅਰਥ ਸ਼ਾਸਤਰ ਦੇ ਧਨ ਦਾ ਉਤਪਾਦਨ, ਮਤਲਬ ਪੈਸਾ ਪੈਦਾ ਕਿੱਦਾਂ ਹੋਣਾ ਹੈ, ਧਨ ਦਾ ਉਤਪਾਦਨ ਕਿਵੇਂ ਕਰਨਾ ਹੈ, ਚਾਹੇ ਉਹ ਨੌਕਰੀ ਹੈ, ਚਾਹੇ ਖੇਤੀ ਹੈ, ਚਾਹੇ ਇੰਡਸਟਰੀ ਹੈ, ਕਿੱਥੋਂ ਧਨ ਆਉਣਾ ਹੈ, ਵੰਡ ਕਿਵੇਂ ਹੋਣੀ ਹੈ, ਵਟਾਂਦਰਾ, ਖਪਤ, ਉਪਭੋਗ ਕਿਵੇਂ ਕਰਨਾ ਉਸ ਪੈਸੇ ਦਾ। ਇਹ ਸਾਰੀਆਂ ਚੀਜ਼ਾਂ ਨਾਲ ਸੰਬੰਧਿਤ, ਬਲਕਿ ਅੱਜ ਤਾਂ ਇਹ ਵਿਸ਼ਾ ਇੰਨਾ ਵਿਸਤ੍ਰਿਤ ਹੋ ਚੁੱਕਿਆ ਕਿ ਮਨੁੱਖ ਦੀ ਹਰ ਉਹ ਐਕਟੀਵਿਟੀ ਜਿਹੜੀ ਅਰਥ ਸ਼ਾਸਤਰ ਨਾਲ, ਅਰਥ ਵਿਵਸਥਾ ਨਾਲ ਸੰਬੰਧ ਰੱਖਦੀ ਹੈ, ਉਹ ਅਰਥ ਸ਼ਾਸਤਰ ਦਾ ਵਿਸ਼ਾ ਹੈ। ਸੋ ਮੋਟੇ ਤੌਰ ਤੇ ਤੁਸੀਂ ਯਾਦ ਰੱਖੋ ਕਿ ਅਰਥ ਸ਼ਾਸਤਰ ਜਿਹੜਾ ਇਹ ਧਨ ਨਾਲ ਜੁੜਿਆ ਹੋਇਆ ਵਿਗਿਆਨ ਹੈ। ਆਓ ਦੇਖਦੇ ਹਾਂ ਕਿ ਇਹਨਾਂ ਦੋਨਾਂ ਦੇ ਵਿੱਚ ਕਿੰਨਾ ਕੁ ਗਹਿਰਾ ਸੰਬੰਧ ਹੈ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਅਰਥ ਸ਼ਾਸਤਰ ਦੀ ਰਾਜਨੀਤੀ ਸ਼ਾਸਤਰ ਨੂੰ ਦੇਣ ਕੀ ਹੈ। ਸਭ ਤੋਂ ਪਹਿਲਾ ਪੁਆਇੰਟ ਤੁਹਾਡੇ ਲਈ ਰੱਖਿਆ ਮੈਂ ਕਿ ਰਾਜਨੀਤਿਕ ਵਿਚਾਰਧਾਰਾਵਾਂ ਆਰਥਿਕ ਹਾਲਾਤਾਂ ਦੀ ਉਪਜ ਹੁੰਦੀਆਂ। ਬੇਟੇ ਇਹ ਗੱਲ ਤੁਹਾਨੂੰ ਸਮਝ ਲੈਣੀ ਚਾਹੀਦੀ ਹੈ, ਜਿਵੇਂ ਮੈਂ ਅਕਸਰ ਕਲਾਸ ਦੇ ਵਿੱਚ ਉਦਾਹਰਨ ਦਿੰਦਾ ਕਿ ਆਪਣੇ ਘਰ ਦੀ ਹਾਲਤ ਜਾਂ ਆਪਣੀ ਜੇਬ ਦੀ ਹਾਲਤ ਦੇ ਨਾਲ ਘਰ ਚੱਲਦਾ ਹੈ, ਆਪਣੇ ਦੇਸ਼ ਦੀ ਅਰਥ ਵਿਵਸਥਾ ਦੇ ਨਾਲ ਦੇਸ਼ ਚੱਲਦਾ ਹੈ। ਇਸੇ ਤਰ੍ਹਾਂ ਵਰਲਡ ਦੇ ਵਿੱਚ ਜਿਹੜਾ ਧਨ ਤੋਂ ਬਿਨਾਂ ਕੁਝ ਹੁੰਦਾ ਨਹੀਂ ਹੈ। ਸਾਡੀ ਅਰਥ ਵਿਵਸਥਾ ਬਹੁਤ ਗਹਿਰਾ ਪ੍ਰਭਾਵ ਛੱਡਦੀ ਹੈ ਹਰ ਚੀਜ਼ ਦੇ ਉੱਤੇ, ਤੇ ਰਾਜਨੀਤਿਕ ਵਿਚਾਰਧਾਰਾਵਾਂ ਬਦਲਦੀਆਂ। ਕਦੇ ਲਿਬਰਲਿਜ਼ਮ ਯਾਨੀ ਉਦਾਰਵਾਦ ਆ ਜਾਂਦਾ, ਫਿਰ ਉਦਾਰੀਵਾਦ ਪ੍ਰਾਈਵੇਟਾਈਜੇਸ਼ਨ ਹੈ ਜਾਂ ਸੰਸਾਰੀਕਰਨ ਹੈ, ਇਸੇ ਤਰ੍ਹਾਂ ਹੀ ਮਾਰਕਸਵਾਦ ਹੈ, ਸਮਾਜਵਾਦ ਹੈ, ਸਾਮਵਾਦ ਹੈ। ਵੱਖਰੀਆਂ ਵੱਖਰੀਆਂ ਵਿਚਾਰਧਾਰਾਵਾਂ ਜਿਹੜੀਆਂ ਇਹ ਕਿਉਂ ਪੈਦਾ ਹੁੰਦੀਆਂ, ਇਹਨਾਂ ਦੇ ਪਿੱਛੇ ਕਾਰਨ ਜਿਹੜੇ ਆ ਉਹ ਆਰਥਿਕ ਕਾਰਨ ਹੁੰਦੇ ਆ, ਆਰਥਿਕ ਹਾਲਾਤ ਹੁੰਦੇ ਆ ਸਮਾਜ ਦੇ। ਜੇ ਸਮਾਜ ਦੇ ਵਿੱਚ ਬਰਾਬਰੀ ਨਹੀਂ ਹੈ, ਊਚ ਨੀਚ ਹੈ, ਤਾਂ ਕ੍ਰਾਂਤੀਆਂ ਹੋ ਜਾਂਦੀਆਂ। ਕ੍ਰਾਂਤੀਆਂ ਹੋਣ ਦੇ ਨਾਲ ਵਿਚਾਰਧਾਰਾਵਾਂ ਬਦਲ ਜਾਂਦੀਆਂ ਔਰ ਉਹ ਵਿਚਾਰਧਾਰਾਵਾਂ ਜਿਹੜੀਆਂ ਰਾਜਨੀਤਿਕ ਹੁੰਦੀਆਂ। ਇਹਦਾ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਰਾਜਨੀਤਿਕ ਜਿਹੜੀਆਂ ਵਿਚਾਰਧਾਰਾਵਾਂ ਹੈਗੀਆਂ ਉਹ ਅਰਥ ਸ਼ਾਸਤਰ ਦੀ ਦੇਣ ਹੈ, ਇੱਕ ਤਰ੍ਹਾਂ ਨਾਲ ਉਹ ਆਰਥਿਕ ਹਾਲਾਤਾਂ ਦੀ ਦੇਣ ਹੁੰਦੀਆਂ। ਸੋ ਯਾਦ ਰੱਖਣਾ ਕਿ ਜਦੋਂ ਵੀ ਕੋਈ ਰਾਜਨੀਤਿਕ ਪ੍ਰਣਾਲੀ 'ਚ ਚੇਂਜ ਆਏਗੀ ਤਾਂ ਉਹਦੇ ਪਿੱਛੇ ਹੋਰ ਕਾਰਨਾਂ ਦੇ ਨਾਲ ਇੱਕ ਵੱਡਾ ਕਾਰਨ ਅਰਥ ਵਿਵਸਥਾ ਦਾ ਵੀ ਹੁੰਦਾ। ਸੋ ਦੂਸਰਾ ਪੁਆਇੰਟ ਹੈ ਅਰਥ ਵਿਵਸਥਾ ਸਰਕਾਰ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ। ਦੂਸਰੀ ਫੋਟੋ ਦੇਖ ਸਕਦੇ ਹੋ ਤੁਸੀਂ। ਅਰਥ ਵਿਵਸਥਾ ਅਗਰ ਕਿਸੇ ਦੇਸ਼ ਦੀ ਚੰਗੀ ਹੈ ਤਾਂ ਉਹ ਆਪਣੇ ਫੈਸਲੇ ਲੈਣ ਵਾਸਤੇ ਦੂਸਰੇ ਦੇਸ਼ਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ। ਪਰੰਤੂ ਇਹ ਮੈਂ ਫੋਟੋ ਲਗਾਈ ਤੁਹਾਨੂੰ ਸੌਖੇ ਰੂਪ ਸਮਝਾਉਣ ਲਈ ਕਿ ਇੱਕ ਪਾਸੇ ਰਿਚ ਹੈ, ਪੂਅਰ ਹੈ। ਜੇ ਕੋਈ ਵੱਡਾ ਦੇਸ਼ ਜਿਵੇਂ ਕੋਈ USA, ਇੰਗਲੈਂਡ ਜਾਂ ਫਰਾਂਸ ਵਰਗਾ ਕੋਈ ਜਿਹੜਾ ਡਿਵੈਲਪ ਕੰਟਰੀ ਹੈ ਕਿਸੇ ਗਰੀਬ ਕੰਟਰੀ ਦੀ ਮਦਦ ਕਰਦਾ ਆ, ਨੀਚੇ ਵੀ ਤੁਸੀਂ ਦੇਖ ਸਕਦੇ ਹੋ ਰਿਚ ਪੂਅਰ ਦਾ ਡਿਫਰੈਂਸ ਦਿਖਾਇਆ ਹੋਇਆ। ਜੇ ਉਹ ਮਦਦ ਕਰਦਾ ਤਾਂ ਕਿਤੇ ਨਾ ਕਿਤੇ ਜਿਹੜੀਆਂ ਪੋਲੀਟੀਕਲ ਪਾਲਿਸੀਜ਼ ਬਣਨੀਆਂ ਹੁੰਦੀਆਂ ਨਾ, ਚਾਹੇ ਵਿਦੇਸ਼ ਪਾਲਿਸੀ ਹੈ, ਚਾਹੇ ਉਹ ਅੰਦਰੂਨੀ ਪਾਲਿਸੀਆਂ ਹੈਗੀਆਂ, ਉਹਨਾਂ ਦੇ ਉੱਤੇ ਜਿਹੜਾ ਮਦਦ ਕਰਨ ਵਾਲਾ ਦੇਸ਼ ਆ ਉਹਦਾ ਕਿਤੇ ਨਾ ਕਿਤੇ ਪ੍ਰਭਾਵ ਹੁੰਦਾ। ਇਹਦਾ ਮਤਲਬ ਜਿਹੜੀ ਅਰਥ ਵਿਵਸਥਾ ਹੈ ਉਹ ਸਾਨੂੰ ਕਿਸੇ ਦੂਜੇ ਦੇਸ਼ ਦੇ ਉੱਤੇ ਨਿਰਭਰ ਜਾਂ ਆਤਮ ਨਿਰਭਰ ਬਣਾਉਣ ਦੇ ਵਿੱਚ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀ ਹੈ, ਤੇ ਸਾਡੀਆਂ ਨੀਤੀਆਂ ਉੱਦਾਂ ਦੀਆਂ ਹੀ ਹੋਣਗੀਆਂ ਜਿਵੇਂ ਦੀ ਸਾਡੀ ਅਰਥ ਵਿਵਸਥਾ ਹੋਏਗੀ। ਤੀਸਰਾ ਪੁਆਇੰਟ ਹੈ ਆਰਥਿਕ ਸਥਿਤੀ ਮਨੁੱਖ ਦੀ ਰਾਜਨੀਤੀ ਨੂੰ, ਭਾਗੀਦਾਰੀ ਜਿਹੜੀ ਹੈ ਰਾਜਨੀਤੀ 'ਚ ਕਰਨੀ ਅਸੀਂ, ਉਸ ਨੂੰ ਪ੍ਰਭਾਵਿਤ ਕਰਦੀ ਹੈ। ਇਹ ਚਾਰਟ ਲੱਗਾ ਹੋਇਆ, ਜਿਹੜਾ ਮਨੁੱਖ ਜਿਸ ਦੀ ਅਰਥ ਵਿਵਸਥਾ ਠੀਕ ਹੈ, ਜਿਸ ਦਾ ਗੁਜ਼ਾਰਾ ਠੀਕ ਚੱਲ ਰਿਹਾ, ਜਾਂ ਜਿਸ ਦਾ ਉਤਪਾਦਨ ਦੇ ਸਾਧਨਾਂ 'ਤੇ ਪੂਰਾ ਕੰਟਰੋਲ ਹੈ, ਯਾਨੀ ਜਿਹਦੇ ਮੈਂ ਕਹਾਂਗਾ ਸਰਕਾਰ ਦੇ ਵਿੱਚ ਜਾਂ ਸਮਾਜ ਦੇ ਵਿੱਚ ਜਿਹਦਾ ਦਬਦਬਾ ਹੈ, ਉਹ ਉਸ ਦੀ ਰਾਜਨੀਤਿਕ ਭਾਗੀਦਾਰੀ ਹਮੇਸ਼ਾ ਜ਼ਿਆਦਾ ਹੁੰਦੀ ਹੈ। ਤੁਸੀਂ ਚਾਰਟ ਦੇਖ ਸਕਦੇ ਹੋ। ਇਹ ਚਾਰਟ ਜਿਹੜਾ ਹੈਗਾ ਪੂਅਰ ਜਿਹੜਾ 43% ਤੋਂ ਲੈ ਉਹਨਾਂ ਦੀ ਭਾਗੀਦਾਰੀ 43% ਹੈ, ਔਰ 2014 ਦੇ ਵਿੱਚ ਉਹ ਵੱਧ ਕੇ ਜਿਹੜੀ ਹੈ 50% ਹੋ ਜਾਂਦੀ ਹੈ। ਇਸੇ ਤਰ੍ਹਾਂ ਐਵਰੇਜ ਟਰਨਆਊਟ ਜਿਹੜਾ ਉਹਨਾਂ ਦਾ ਭਾਗੀਦਾਰੀ ਦਾ ਉਹ 48 ਤੇ 57 ਹੈ। ਭਾਵ ਇਹ ਚਾਰਟ ਇਹ ਸਿੱਧ ਕਰਦਾ ਹੈ ਕਿ ਜਿਹੜੇ ਗਰੀਬ ਲੋਕ ਹੈ ਉਹ ਰੋਟੀ ਕੱਪੜਾ ਔਰ ਮਕਾਨ, ਆਪਣੀਆਂ ਜਿਹੜੀਆਂ ਘਰੇਲੂ ਜ਼ਰੂਰਤਾਂ ਕਹਿੰਦੇ ਨਾ ਕਿ ਜਿਵੇਂ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ, ਜਦ ਤੱਕ ਪੇਟ ਦੇ ਵਿੱਚ ਰੋਟੀ ਨਹੀਂ ਪੈਂਦੀ, ਗਰੀਬ ਦੀ ਰੋਟੀ ਦੀ ਭੁੱਖ ਵਾਸਤੇ ਹੀ ਬਹੁਤ ਸਮਾਂ ਉਸ ਨੂੰ ਦੇਣਾ ਪੈਂਦਾ ਆਪਣੇ ਪਰਿਵਾਰ ਦੀਆਂ
ਬੇਸਿਕ ਲੋੜਾਂ ਜਿਹੜੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਉਸ ਨੂੰ ਬਹੁਤ ਰੱਦਦ ਕਰਨਾ ਪੈਂਦਾ ਤੇ ਉਹ ਬਹੁਤਾ ਰਾਜਨੀਤਿਕ ਭਾਗੀ ਵਾਲੀ ਜਿਹੜੀ ਹੈ ਉਹ ਨਹੀਂ ਦੇ ਪਾਉਂਦਾ, ਰਾਜਨੀਤਿਕ ਕੰਮਾਂ ਦੇ ਵਿੱਚ ਪਾਰਟਿਸਿਪੇਟ ਨਹੀਂ ਕਰਦਾ। ਸੋ ਆਰਥਿਕ ਸਥਿਤੀ ਜਿਹੜੀ ਹੈ ਉਹ ਮਨੁੱਖ ਦੀ ਰਾਜਨੀਤਿਕ ਭਾਗੀਦਾਰੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਚੌਥਾ ਪੁਆਇੰਟ ਹੈ ਕਿ ਆਰਥਿਕ ਨਾ ਬਰਾਬਰੀ ਰਾਜਨੀਤਿਕ ਸਥਿਰਤਾ ਲਈ ਖਤਰਾ ਬਣਦੀ ਹੈ। ਬਹੁਤ ਇੰਪੋਰਟੈਂਟ ਪੁਆਇੰਟ ਹੈ। ਜਿਵੇਂ ਨੀਚੇ ਦੇਖੋ ਤੁਸੀਂ, ਅਮੀਰ ਤੇ ਗਰੀਬ ਔਰ ਵੱਡੀਆਂ ਜਿਹੜੀਆਂ ਕੋਠੀਆਂ ਜਾਂ ਬਹੁਤ ਮੰਜ਼ਲੀਆਂ ਇਮਾਰਤਾਂ ਦੇ ਨਾਲ ਗਰੀਬ ਜਿਹੜੀ ਝੁੱਗੀ ਝੌਂਪੜੀ ਆ ਉਸ ਨੂੰ ਦਿਖਾਇਆ ਗਿਆ। ਜਿਸ ਵੇਲੇ ਇਸ ਤਰ੍ਹਾਂ ਦੀ ਸਮਾਜ ਦੇ ਵਿੱਚ ਨਾ ਬਰਾਬਰੀ ਹੁੰਦੀ ਹੈ ਤਾਂ ਉਹ ਰਾਜਨੀਤਿਕ ਸਥਿਰਤਾ ਦੇ ਲਈ ਖਤਰਾ ਬਣ ਜਾਂਦੀ ਹੈ। ਬਹੁਤ ਸਾਰੀਆਂ ਸਮਾਜ ਦੇ ਵਿੱਚ ਕ੍ਰਾਂਤੀਆਂ ਹੋ ਚੁੱਕੀਆਂ। 1917 ਦੇ ਵਿੱਚ ਰਸ਼ੀਆ ਦੇ ਵਿੱਚ ਕ੍ਰਾਂਤੀ ਹੋਈ, ਇੰਗਲੈਂਡ ਦੀ ਕ੍ਰਾਂਤੀ, ਫਰਾਂਸ ਦੀ ਕ੍ਰਾਂਤੀ ਜਿਹੜੀ ਹੈ, ਇਹ ਸਾਰੀਆਂ ਕ੍ਰਾਂਤੀਆਂ ਜਿਹੜੀਆਂ ਇਹ ਸਿੱਧ ਕਰਦੀਆਂ ਕਿ ਜਦੋਂ ਜਦੋਂ ਸਮਾਜ ਦੇ ਵਿੱਚ ਅਰਥ ਵਿਵਸਥਾ ਜੇ ਗੜਬੜ ਆਏਗੀ, ਜਦੋਂ ਜਦੋਂ ਊਚ ਨੀਚ ਵਧੇਗੀ, ਅਮੀਰ ਗਰੀਬ ਦਾ ਪਾੜਾ ਵਧੇਗਾ, ਤਾਂ ਆਰਥਿਕ ਨਾ ਬਰਾਬਰੀ ਜਦੋਂ ਜਦੋਂ ਵੀ ਸਮਾਜ ਵਿੱਚ ਆਏਗੀ ਉਹ ਸਮਾਜਿਕ ਤਬਦੀਲੀ ਦੇ ਲਈ ਔਰ ਰਾਜਨੀਤਿਕ ਤਬਦੀਲੀ ਦੇ ਲਈ ਬਹੁਤ ਵੱਡਾ ਖਤਰਾ ਬਣ ਜਾਂਦੀ ਹੈ। ਕ੍ਰਾਂਤੀ ਜਿਸ ਨੂੰ ਅਸੀਂ ਕਹਿੰਦੇ ਆ, ਅੰਦੋਲਨ ਹੋਣੇ ਸ਼ੁਰੂ ਹੋ ਜਾਂਦੇ ਆ, ਸਰਕਾਰਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਤੇ ਕਿਤੇ ਨਾ ਕਿਤੇ ਜਾ ਕੇ ਉਹ ਰਾਜਨੀਤਿਕ ਚੇਂਜ ਵਾਸਤੇ ਕਾਰਨ ਬਣ ਜਾਂਦੀ ਹੈ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਰਾਜਨੀਤਿਕ ਸਥਿਰਤਾ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੁੰਦੀ ਹੈ ਕਿਸੇ ਸਮਾਜ ਦੇ ਵਿੱਚ। ਅਗਰ ਆਰਥਿਕ ਬਰਾਬਰੀ ਨਹੀਂ ਹੈ ਤਾਂ ਫਿਰ ਰਾਜਨੀਤਿਕ ਸਥਿਰਤਾ ਨਹੀਂ ਹੋਏਗੀ। ਅਗਰ ਰਾਜਨੀਤਿਕ ਸਥਿਰਤਾ ਨਹੀਂ ਹੋਏਗੀ ਤਾਂ ਦੇਸ਼ ਦਾ ਵਿਕਾਸ ਜਿਹੜਾ ਉਹ ਪਛੜ ਜਾਏਗਾ। ਆਓ ਅੱਗੇ ਚੱਲ ਕੇ ਦੇਖਦੇ ਹਾਂ ਕਿ ਰਾਜਨੀਤੀ ਸ਼ਾਸਤਰ ਦੀ ਅਰਥ ਵਿਵਸਥਾ ਨੂੰ ਕੀ ਦੇਣ ਹੈ। ਅਰਥ ਸ਼ਾਸਤਰ ਨੂੰ ਵੀ ਰਾਜਨੀਤੀ ਸ਼ਾਸਤਰ ਦਾ ਬਹੁਤ ਲਾਭ ਹੈ। ਪਹਿਲਾ ਪੁਆਇੰਟ ਹੈ ਕਿ ਆਰਥਿਕ ਵਿਕਾਸ ਲਈ ਰਾਜਨੀਤਿਕ ਸਥਿਰਤਾ ਜ਼ਰੂਰੀ ਹੈ। ਜਿਵੇਂ ਅਸੀਂ ਪਿਛਲੀ ਸਲਾਈਡ ਦੇ ਵਿੱਚ ਜਿਹੜਾ ਪੁਆਇੰਟ ਹੁਣੇ ਡਿਸਕਸ ਕੀਤਾ ਹੈ, ਬਿਲਕੁਲ ਉਹਦਾ ਹੀ ਦੂਸਰਾ ਰੂਪ ਹੈ। ਇਹਨੂੰ ਜੇ ਦੂਜੇ ਸ਼ਬਦਾਂ 'ਚ ਮੈਂ ਕਹਾਂ ਕਿ ਆਰਥਿਕ ਵਿਕਾਸ ਦੇ ਲਈ ਰਾਜਨੀਤਿਕ ਸਥਿਰਤਾ ਜ਼ਰੂਰੀ ਹੈ। ਬੇਟੇ, ਜੇ ਦੇਸ਼ ਦੇ ਵਿੱਚ ਸ਼ਾਂਤੀ ਹੈ, ਦੇਸ਼ ਦੀ ਸਰਕਾਰ ਠੀਕ ਢੰਗ ਨਾਲ ਕੰਮ ਕਰ ਰਹੀ ਹੈ, ਲੋਕ ਸ਼ਾਂਤ ਹੋ ਕੇ ਆਪਣੀਆਂ ਸਰਕਾਰ ਦੀਆਂ ਨੀਤੀਆਂ ਨੂੰ ਮੰਨ ਰਹੇ ਆ, ਆਪਣਾ ਆਪਣਾ ਕੰਮ ਕਰ ਰਹੇ ਆ, ਦੇਸ਼ ਵਿਕਾਸ ਕਰੇਗਾ। ਸਰਕਾਰ ਜਿਹੜੀ ਆ ਲੰਬੇ ਸਮੇਂ ਦੀਆਂ ਪਾਲਿਸੀਆਂ ਬਣਾਏਗੀ, ਵੱਡੀਆਂ ਵੱਡੀਆਂ ਇਨਵੈਸਟਮੈਂਟ ਕਰ ਸਕੇਗੀ ਔਰ ਲੰਬੇ ਸਮੇਂ ਦੀਆਂ ਪਲੈਨਿੰਗ ਦੇ ਵਿੱਚ ਹਮੇਸ਼ਾ ਹੀ ਵਿਕਾਸ ਜ਼ਿਆਦਾ ਹੁੰਦਾ ਹੈ। ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਸਥਿਰਤਾ ਜਿਹੜੀ ਹੈ, ਰਾਜਨੀਤਿਕ ਸਥਿਰਤਾ ਬੜੀ ਜ਼ਰੂਰੀ ਹੈ। ਇਹ ਕੌਣ ਦੇਗਾ ਸਾਨੂੰ? ਰਾਜਨੀਤੀ ਸ਼ਾਸਤਰ। ਰਾਜਨੀਤੀ ਸ਼ਾਸਤਰ ਦੇ ਨਾਲ ਤੋਂ ਪਤਾ ਲੱਗੇਗਾ ਕਿ ਆਰਥਿਕ ਸਥਿਰਤਾ ਜਿਹੜੀ ਹੈ ਉਹ ਕਿਵੇਂ ਲਿਆਉਣੀ ਹੈ। ਉਹ ਆਏਗੀ ਸਰਕਾਰਾਂ ਦੀ ਸਥਿਰਤਾ ਦੇ ਨਾਲ। ਸੋ ਅਗਰ ਸਾਡੀ ਰਾਜਨੀਤਿਕ ਸਥਿਰਤਾ ਹੈਗੀ ਹੈ, ਭਾਵ ਕਿ ਸਾਡੀਆਂ ਸਰਕਾਰਾਂ ਲੰਬੇ ਸਮੇਂ ਦੀਆਂ ਟਿਕਾਊ ਸਰਕਾਰਾਂ, ਲੰਬੇ ਸਮੇਂ ਦੀਆਂ ਨੀਤੀਆਂ ਲੈ ਕੇ ਚੱਲਣ ਵਾਲੀਆਂ ਸਰਕਾਰਾਂ ਹੈਗੀਆਂ, ਤਾਂ ਸਾਡੇ ਦੇਸ਼ ਦਾ ਆਰਥਿਕ ਵਿਕਾਸ ਜਿਹੜਾ ਹੈ ਉਹ ਬਹੁਤ ਵਧੀਆ ਹੋਏਗਾ। ਪਹਿਲੀ ਫੋਟੋ ਤੁਸੀਂ ਦੇਖ ਸਕਦੇ ਆ, ਸਰਕਾਰ ਵੱਖ-ਵੱਖ ਪਲੈਨਿੰਗ ਜਿਹੜੀਆਂ ਉਹ ਕਰਦੀ ਹੈ ਆਪਣੇ ਦੇਸ਼ ਦੇ ਵਿੱਚ, ਦੇਸ਼ ਨੂੰ ਅੱਗੇ ਲਿਜਾਣ ਵਾਸਤੇ। ਮੇਕ ਇਨ ਇੰਡੀਆ ਜਾਂ ਹੋਰ ਬਹੁਤ ਸਾਰੀਆਂ ਆਰਥਿਕ ਗਤੀਵਿਧੀਆਂ ਸਰਕਾਰ ਸ਼ੁਰੂ ਕਰਦੀ ਹੈ ਹਮੇਸ਼ਾ ਹੀ ਦੇਸ਼ ਦੇ ਵਿਕਾਸ ਵਾਸਤੇ। ਔਰ ਇਹ ਤਾਂ ਹੀ ਚੱਲ ਪਾਉਣਗੀਆਂ ਇਹ ਸਕੀਮਾਂ ਜੇ ਸਾਡੇ ਦੇਸ਼ ਦੇ ਵਿੱਚ ਰਾਜਨੀਤਿਕ ਸਥਿਰਤਾ ਜ਼ਰੂਰੀ ਹੈ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ, ਅਗਰ ਗੱਠਜੋੜ ਸਰਕਾਰ ਹੈ, ਸਰਕਾਰ ਟਿਕਾਊ ਨਹੀਂ ਹੈ, ਜਲਦੀ ਨਾਲ ਟੁੱਟ ਜਾਣ ਵਾਲੀ ਸਰਕਾਰ ਹੈ, ਤਾਂ ਫਿਰ ਸਰਕਾਰ ਲੰਬੇ ਸਮੇਂ ਦੀਆਂ ਨੀਤੀਆਂ ਨਹੀਂ ਬਣਾ ਸਕਦੀ ਤੇ ਰਾਜਨੀਤਿਕ ਸਥਿਰਤਾ ਦਾ ਖਤਰਾ ਹੁੰਦਾ ਹੈ ਉਸ ਵੇਲੇ ਆਰਥਿਕ ਵਿਕਾਸ ਜਿਹੜਾ ਬਹੁਤ ਹੱਦ ਤੱਕ ਪ੍ਰਭਾਵਿਤ ਹੋ ਜਾਂਦਾ ਹੈ। ਸੋ ਰਾਜਨੀਤੀ ਸ਼ਾਸਤਰ ਦੀ ਸਭ ਤੋਂ ਪਹਿਲੀ ਦੇਣ ਇਹ ਹੈ ਕਿ ਜੇ ਆਰਥਿਕ ਵਿਕਾਸ ਕਰਨਾ ਹੈ ਤਾਂ ਉਹਦੇ ਲਈ ਰਾਜਨੀਤਿਕ ਸਥਿਰਤਾ ਜਿਹੜੀ ਹੈ ਉਹ ਜ਼ਰੂਰੀ ਹੈ। ਦੂਸਰਾ ਪੁਆਇੰਟ ਡਿਸਕਸ ਕਰਦੇ ਹਾਂ। ਰਾਜ ਆਰਥਿਕ ਨੀਤੀਆਂ ਨੂੰ ਬਣਾਉਂਦਾ ਹੈ ਤੇ ਲਾਗੂ ਕਰਦਾ ਹੈ। ਮੈਂ ਪਹਿਲਾਂ ਗੱਲ ਕਰ ਚੁੱਕਿਆ। ਤੀਸਰੇ ਪੁਆਇੰਟ ਤੇ ਚੱਲਦੇ ਹਾਂ। ਬਹੁਤੀਆਂ ਆਰਥਿਕ ਸਮੱਸਿਆਵਾਂ ਦਾ ਹੱਲ ਰਾਜਨੀਤਿਕ ਹੁੰਦਾ ਹੈ। ਜਿਵੇਂ ਆਰਥਿਕ ਸਮੱਸਿਆਵਾਂ, ਰੋਜ਼ਗਾਰ ਨਹੀਂ ਮਿਲ ਰਿਹਾ, ਨੌਕਰੀ ਹੈ, ਸਰਕਾਰ ਦੀ ਬਦਲਣ ਦੀ ਮੰਗ ਹੈ, ਇਨਕਮ ਟੈਕਸ ਹੈ, ਕੋਈ ਵੀ ਰਾਜਨੀਤਿਕ ਸਮੱਸਿਆ ਹੈਗੀ ਆ ਤਾਂ ਉਹ ਆਮ ਤੌਰ ਤੇ ਸਰਕਾਰ ਨੇ ਹੀ ਨਜਿੱਠਣੀ ਹੁੰਦੀ ਹੈ। ਚੌਥਾ ਪੁਆਇੰਟ ਹੈ ਆਰਥਿਕ ਕੰਮ, ਜਿਵੇਂ ਟੈਕਸ ਹੈ, ਬੈਂਕਿੰਗ, ਇੰਪੋਰਟ ਐਕਸਪੋਰਟ ਦੀਆਂ ਨੀਤੀਆਂ, ਇਹ ਸਾਰੀਆਂ ਬੇਟੇ ਰਾਜ ਦੇ ਕਾਨੂੰਨ ਦੁਆਰਾ ਲਾਗੂ ਕੀਤੀਆਂ ਜਾਂਦੀਆਂ। ਸੋ ਰਾਜਨੀਤੀ ਸ਼ਾਸਤਰ ਦੀ ਅਰਥ ਸ਼ਾਸਤਰ ਨੂੰ ਕਾਫੀ ਦੇਣ ਹੈ। ਦੋਨਾਂ ਦੇ ਵਿੱਚ ਅੰਤਰ ਹੈ, ਬੜਾ ਬਰੀਕ ਅੰਤਰ ਹੈ। ਵਿਸ਼ੇ ਵਸਤੂ 'ਚ ਅੰਤਰ ਮੈਂ ਪਹਿਲਾਂ ਦੱਸ ਚੁੱਕਾ ਹਾਂ ਤੁਹਾਨੂੰ ਕਿ ਜਿਹੜਾ ਅਰਥ ਸ਼ਾਸਤਰ ਹੈ ਉਹ ਧਨ ਦੇ ਉਤਪਾਦਨ ਅਤੇ ਖਪਤ ਦੇ ਨਾਲ ਸੰਬੰਧਿਤ ਵਿਸ਼ਾ ਹੈ, ਜਦ ਕਿ ਰਾਜਨੀਤੀ ਸ਼ਾਸਤਰ ਜਿਹੜਾ ਰਾਜਨੀਤਿਕ ਤੱਥਾਂ ਦਾ ਅਧਿਐਨ ਕਰਨ ਵਾਲਾ ਵਿਸ਼ਾ ਹੈ। ਦੂਸਰਾ ਪੁਆਇੰਟ ਹੈ ਰਾਜਨੀਤੀ ਸ਼ਾਸਤਰ ਦਾ ਖੇਤਰ ਅਰਥ ਸ਼ਾਸਤਰ ਨਾਲੋਂ ਵਿਸ਼ਾਲ ਹੈ। ਜਿਵੇਂ ਮੈਂ ਇਤਿਹਾਸ ਦੀ ਗੱਲ ਕੀਤੀ ਕਿ ਇਤਿਹਾਸ ਰਾਜਨੀਤੀ ਸ਼ਾਸਤਰ ਨਾਲੋਂ ਵਿਸ਼ਾਲ ਹੈ, ਇਸੇ ਤਰ੍ਹਾਂ ਅਰਥ ਸ਼ਾਸਤਰ ਕੇਵਲ ਧਨ ਦੇ ਉਤਪਾਦਨ ਜਾਂ ਖਪਤ ਨਾਲ ਸੰਬੰਧਿਤ ਹੈ, ਜਿਹੜਾ ਕਿ ਰਾਜਨੀਤੀ ਸ਼ਾਸਤਰ ਦੇ ਵਿੱਚ ਅਸੀਂ ਬਹੁਤ ਵਿਸਥਾਰ ਦੇ ਵਿੱਚ ਜਿਹੜਾ ਅਧਿਐਨ ਹੈ ਉਹ ਕਰਦੇ ਹਾਂ। ਸੋ ਰਾਜਨੀਤੀ ਸ਼ਾਸਤਰ ਦਾ ਖੇਤਰ ਜਿਹੜਾ ਬੜਾ ਵਿਸ਼ਾਲ ਹੈ। ਤੀਸਰਾ ਪੁਆਇੰਟ ਹੈ ਕਿ ਅਰਥ ਸ਼ਾਸਤਰ ਵਿੱਚ ਅੰਕੜਿਆਂ ਦੀ ਭਵਿੱਖਬਾਣੀ ਕੀਤੀ ਜਾ ਸਕਦੀ ਹੈ। ਅੱਜ ਕੀ ਨੀਤੀਆਂ ਚੱਲ ਰਹੀਆਂ ਸਰਕਾਰ ਦੀਆਂ, ਸਰਕਾਰ ਦੀ ਕੀ ਇਨਕਮ ਹੈ, ਅਗਰ ਨੀਤੀਆਂ ਬਦਲਦੀਆਂ ਤਾਂ ਅੰਕੜਿਆਂ ਦੇ ਆਧਾਰ ਤੇ ਦੱਸਿਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਦੇਸ਼ ਦਾ ਰੈਵਨਿਊ ਕਿੰਨਾ ਹੋਏਗਾ, ਖਰਚ ਕਿੰਨਾ ਹੋਏਗਾ, ਬਜਟ ਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਂਦਾ ਹੈ। ਜਦ ਕਿ ਰਾਜਨੀਤੀ ਵਿੱਚ ਕੋਈ ਠੋਸ ਭਵਿੱਖਬਾਣੀ ਸੰਭਵ ਨਹੀਂ ਹੈ। ਇਹ ਜ਼ਰੂਰੀ ਨਹੀਂ ਹੈ ਕਿ ਜੋ ਬੀਤੇ ਸਮੇਂ ਦੇ ਵਿੱਚ ਹੋਇਆ ਉਹਨੂੰ ਪੜ੍ਹ ਕੇ ਜਾਂ ਉਹਦੇ ਤੇ ਅਮਲ ਕਰਕੇ ਅਸੀਂ ਬਿਲਕੁਲ ਉਸੇ ਤਰ੍ਹਾਂ ਦੇ ਨਤੀਜੇ ਲੈ ਸਕਾਂਗੇ, ਕੋਈ ਜ਼ਰੂਰੀ ਨਹੀਂ ਹੈ। ਔਰ ਲੋਕਾਂ ਦੀ ਮਾਨਸਿਕਤਾ ਕੀ ਕਹਿੰਦੀ ਹੈ, ਲੋਕਾਂ ਦੀ ਭਾਗੀਦਾਰੀ ਕੀ ਕਹਿੰਦੀ ਹੈ, ਆਲ ਡਿਪੈਂਡਸ ਅਪਨ ਥੀਸ ਫੈਕਟਰਸ। ਇਹ ਬਹੁਤ ਸਾਰੇ ਤੱਥ ਹੈਗੇ ਆ ਜਿਨ੍ਹਾਂ ਕਰਕੇ ਰਾਜਨੀਤੀ
ਪ੍ਰਭਾਵਿਤ ਹੁੰਦੀ ਹੈ। ਸੋ ਇਹਨਾਂ ਦੇ ਵਿੱਚ ਇਹ ਬਰੀਕ ਅੰਤਰ ਜਿਹੜੇ ਆ ਤੁਸੀਂ ਯਾਦ ਰੱਖਣੇ ਆ। ਅਗਲਾ ਸਾਡਾ ਵਿਸ਼ਾ ਹੈ ਰਾਜਨੀਤੀ ਸ਼ਾਸਤਰ ਤੇ ਸਮਾਜ ਸ਼ਾਸਤਰ। ਬਹੁਤ ਇੰਪੋਰਟੈਂਟ ਹੈ ਤੁਹਾਡੇ ਪੇਪਰ ਦੇ ਪੁਆਇੰਟ ਆਫ ਵਿਊ ਤੋਂ। ਸਮਾਜ ਸ਼ਾਸਤਰ ਇੱਕ ਅਜਿਹਾ ਵਿਸ਼ਾ ਆ ਜਿਹੜਾ ਜੀਵਨ ਦੇ ਹਰ ਪਹਿਲੂ ਯਾਨੀ ਸਮਾਜਿਕ ਜੀਵਨ ਨੂੰ ਦੇਖਦਾ ਹੈ। ਸਮਾਜ ਦੀ ਉਤਪਤੀ ਕਿਵੇਂ ਹੋਈ, ਵਿਕਾਸ ਕਿਵੇਂ ਹੋਇਆ, ਸਮਾਜ ਦਾ ਸੰਗਠਨ ਕਿਵੇਂ ਹੋਇਆ ਤੇ ਸਮਾਜ ਕਿਵੇਂ ਦਾ ਹੈ, ਪੜ੍ਹਿਆ ਲਿਖਿਆ ਹੈ ਕਿ ਅਨਪੜ੍ਹ ਹੈ, ਪਛੜਿਆ ਹੋਇਆ ਹੈ ਕਿ ਵਿਕਸਿਤ ਹੈ, ਹਰ ਚੀਜ਼ ਦਾ ਅਧਿਐਨ ਜਿਹੜਾ ਉਹ ਸਮਾਜ ਸ਼ਾਸਤਰ ਕਰਦਾ ਹੈ। ਇੱਕ ਬਹੁਤ ਹੀ ਵਿਸ਼ਾਲ ਸਮਾਜਿਕ ਵਿਗਿਆਨ ਹੈ। ਸਮਾਜ ਸ਼ਾਸਤਰ ਸਭ ਤੋਂ ਪੁਰਾਣਾ ਵਿਗਿਆਨ ਹੈ ਕਿਉਂਕਿ ਜਦੋਂ ਮਨੁੱਖ ਪੈਦਾ ਹੋਇਆ, ਮਨੁੱਖ ਤੋਂ ਬਾਅਦ ਸੁਸਾਇਟੀ ਹੋਂਦ ਵਿੱਚ ਆਈ। ਇੱਕ ਦੂਜੇ ਦੇ ਨਾਲ ਮਿਲਣਾ, ਹੌਲੀ ਹੌਲੀ ਲੋਕਾਂ ਦਾ ਇਕੱਠੇ ਹੋ ਕੇ ਰਹਿਣਾ, ਕਮਿਊਨਿਟੀ ਬਣਨਾ, ਸਮਾਜ ਬਣਨਾ, ਉਹ ਸਮਾਜ ਦੀ ਰਚਨਾ ਜਦੋਂ ਹੁੰਦੀ ਹੈ ਤੇ ਨਾਲ ਹੀ ਸਮਾਜ ਸ਼ਾਸਤਰ ਦਾ ਵਿਸ਼ਾ ਜਿਹੜਾ ਉਸ ਨੂੰ ਅਧਿਐਨ ਕਰਨ ਵਾਸਤੇ ਪੈਦਾ ਹੋ ਜਾਂਦਾ ਹੈ। ਸੋ ਅਸੀਂ ਇਸ ਨੂੰ ਮਦਰ ਸਾਇੰਸ ਯਾਨੀ ਸਾਰੇ ਵਿਗਿਆਨਾਂ ਦੀ ਜਨਮਦਾਤੀ ਵੀ ਕਹਿ ਸਕਦੇ ਹਾਂ। ਸੋ ਦੇਖ ਸਕਦੇ ਹੋ ਤੁਸੀਂ ਕਿਵੇਂ ਸੁਸਾਇਟੀ ਹੋਂਦ ਵਿੱਚ ਆਈ ਔਰ ਇਹ ਸਮਾਜ ਸ਼ਾਸਤਰ ਜਿਹੜਾ ਆ ਇਹ ਕਿੰਨਾ ਵਿਸ਼ਾਲ ਵਿਸ਼ਾ ਹੋਏਗਾ ਜਿਹਦੇ ਅੰਦਰ ਅਸੀਂ ਜੀਵਨ ਦੇ ਹਰ ਪਹਿਲੂ ਨੂੰ ਦੇਖਣਾ ਹੈ, ਅਧਿਐਨ ਕਰਨਾ ਹੈ। ਆਓ ਦੇਖੀਏ ਸਮਾਜ ਸ਼ਾਸਤਰ ਦੀ ਰਾਜਨੀਤੀ ਸ਼ਾਸਤਰ ਨੂੰ ਕੀ ਦੇਣ ਹੈ। ਸਮਾਜ ਸ਼ਾਸਤਰ ਬਹੁਤ ਵੱਡੀ ਦੇਣ ਹੈ। ਜਿਵੇਂ ਅਸੀਂ ਪਹਿਲਾਂ ਪੜ੍ਹਿਆ ਕਿ ਸਮੱਗਰੀ ਪ੍ਰਦਾਨ ਕਰਦਾ ਹੈ, ਇਸੇ ਤਰ੍ਹਾਂ ਰਾਜ ਦਾ ਵਿਕਾਸ ਸਮਾਜ ਵਿੱਚੋਂ ਹੋਇਆ। ਮੈਂ ਇੱਕ ਫੋਟੋ ਲਗਾਈ ਹੈ ਪੁਰਾਣੇ ਯੂਨਾਨ ਦੀ ਕੱਢ ਕੇ। ਜਿਵੇਂ ਸਮਝ ਲਓ ਤੁਸੀਂ ਇਹਨੂੰ ਇੱਕ ਘਰ ਜਾਂ ਇੱਕ ਪਿੰਡ ਮੰਨ ਲਓ, ਵੱਖ-ਵੱਖ ਇਮਾਰਤਾਂ ਨੂੰ ਇੱਕ ਇੱਕ ਪਿੰਡ ਮੰਨ ਲਓ ਕਿਉਂਕਿ ਆਬਾਦੀ ਬਹੁਤ ਘੱਟ ਸੀ, ਛੋਟੇ-ਛੋਟੇ ਪਿੰਡ ਸੀ, ਨਗਰ ਹੋਇਆ ਕਰਦੇ ਸੀ ਔਰ ਆਪਸ ਵਿੱਚ ਮਿਲ ਕੇ ਡਾਇਰੈਕਟ ਲੋਕਤੰਤਰ ਦਾ ਜ਼ਮਾਨਾ ਸੀ ਔਰ ਸਾਰੀਆਂ ਸਲਾਹਾਂ ਜਾਂ ਸਾਰਾ ਸਰਕਾਰ ਚਲਾਉਣ ਦਾ ਪ੍ਰਬੰਧ ਇਕੱਠੇ ਹੋ ਕੇ ਕੀਤਾ ਜਾਂਦਾ ਸੀ, ਜਿਹਨੂੰ ਅਸੀਂ ਪ੍ਰਤੱਖ ਲੋਕਤੰਤਰ ਕਹਿੰਦੇ ਹਾਂ। ਪਰ ਅੱਜ ਆਬਾਦੀ ਵੱਧ ਗਈ ਹੈ, ਸਾਡੇ ਜਿਹੜੇ ਛੋਟੇ ਨਗਰ ਰਾਜ ਆ ਉਹਨਾਂ ਨੇ ਰਾਸ਼ਟਰੀ ਰਾਜ ਦੀ ਜਗ੍ਹਾ ਲੈ ਲਈ ਹੈ ਔਰ ਅਸੀਂ ਇਹਨੂੰ ਪੂਰੇ ਨੂੰ ਜੇ ਇੱਕ ਰਾਜ ਮੰਨ ਲਈਏ ਇਸ ਵੇਲੇ ਫੋਟੋ ਦੇ ਹਿਸਾਬ ਦੇ ਨਾਲ ਸਿਰਫ ਸਮਝਣ ਦੀ ਖਾਤਰ, ਤਾਂ ਅਸੀਂ ਸਮਝ ਸਕਦੇ ਹਾਂ ਕਿ ਛੋਟੇ-ਛੋਟੇ ਸਮਾਜਾਂ ਦੇ ਵਿੱਚੋਂ ਹੀ ਜਦੋਂ ਸਾਡੇ ਕੁਝ ਕੰਮ ਅਸੀਂ ਕਰਨੇ ਆ, ਸਲਾਹ ਦੇ ਨਾਲ ਸਰਕਾਰ ਬਣਾਉਣੀ ਹੈ ਜਾਂ ਰਾਜ ਨੂੰ ਕੁਝ ਕੰਮ ਦੇਣ ਦੀ ਨੌਬਤ ਆਈ ਤਾਂ ਰਾਜ ਸਮਾਜ ਦੇ ਵਿੱਚੋਂ ਹੀ ਪੈਦਾ ਹੋਇਆ। ਇਹ ਗੱਲ ਸਾਨੂੰ ਕਿੱਥੋਂ ਪਤਾ ਲੱਗੇਗੀ? ਸਮਾਜ ਸ਼ਾਸਤਰ ਤੋਂ ਪਤਾ ਲੱਗੇਗੀ ਕਿਉਂਕਿ ਸਮਾਜ ਸ਼ਾਸਤਰ ਸਾਨੂੰ ਦੱਸਦਾ ਹੈ ਕਿ ਰਾਜ ਪੈਦਾ ਕਿਵੇਂ ਹੋਇਆ, ਸਮਾਜ ਨੇ ਵਿਕਾਸ ਕਿਵੇਂ ਕੀਤਾ ਔਰ ਰਾਜ ਅੱਜ ਦੀ ਪੋਜੀਸ਼ਨ ਵਿੱਚ ਕਿਵੇਂ ਪਹੁੰਚਿਆ। ਸੋ ਦੂਸਰੀ ਦੇਣ ਜਿਹੜੀ ਹੈ ਸਮਾਜ ਸ਼ਾਸਤਰ ਦੀ ਉਹ ਹੈ ਜੀ, ਸਮਾਜ ਸ਼ਾਸਤਰ ਰਾਜਨੀਤੀ ਸ਼ਾਸਤਰ ਨੂੰ ਵਡਮੁੱਲੀ ਸਮੱਗਰੀ ਪ੍ਰਦਾਨ ਕਰਦਾ ਹੈ। ਮੈਂ ਜਲਦੀ ਨਾਲ ਦੱਸਣਾ ਚਾਹੁੰਦਾ ਕਿ ਸਮਾਜ ਵੱਖ-ਵੱਖ ਪੋਜੀਸ਼ਨਾਂ ਦੇ ਵਿੱਚੋਂ, ਵੱਖ-ਵੱਖ ਸਟੇਜਸ ਦੇ ਵਿੱਚੋਂ ਆਦਮ ਸਾਮਵਾਦ ਜਿਹਦੇ ਵਿੱਚ ਕਿਸੇ ਦੀ ਕੋਈ ਨਿੱਜੀ ਪ੍ਰਾਪਰਟੀ ਨਹੀਂ ਸੀ, ਫਿਰ ਉਸ ਤੋਂ ਬਾਅਦ ਜਿਹੜਾ ਗੁਲਾਮੀ ਦਾ ਯੁੱਗ ਆ ਗਿਆ, ਖੇਤੀ ਕਰਨੀ ਸ਼ੁਰੂ ਕਰ ਦਿੱਤੀ ਔਰ ਕੁਝ ਲੋਕਾਂ ਨੇ ਉਸ ਖੇਤੀ ਦੇ ਉੱਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਤੇ ਸਮੰਤਵਾਦ ਜਾਂ ਜਿਹਨੂੰ ਜ਼ਗੀਰਦਾਰੂ ਯੁੱਗ ਕਹਿ ਦਿੰਦੇ ਉਹ ਆ ਗਿਆ। ਉਸ ਤੋਂ ਬਾਅਦ ਜਦੋਂ ਬਹੁਤ ਵੱਡੇ ਰੂਪ ਦੇ ਵਿੱਚ ਲੋਕਾਂ ਨੇ ਆਰਥਿਕਤਾ ਦੇ ਉੱਤੇ ਕਬਜ਼ਾ ਕਰ ਲਿਆ ਤਾਂ ਫਿਰ ਪੂੰਜੀਵਾਦ ਹੋਂਦ ਵਿੱਚ ਆਉਂਦਾ ਹੈ। ਪੂੰਜੀਵਾਦ ਦੇ ਵਿੱਚ ਜਦੋਂ ਅਮੀਰ ਗਰੀਬ ਦੀ ਲੁੱਟ ਵੱਧ ਜੀ ਆ, ਪਾੜਾ ਵੱਧਦਾ ਆ, ਤਾਂ ਉਸ ਵੇਲੇ ਫਿਰ ਸਮਾਜਵਾਦ ਜਨਮ ਲੈਂਦਾ ਹੈ। ਇਸ ਤੋਂ ਬਾਅਦ ਫਿਰ ਸਾਮਵਾਦ ਔਰ ਫਿਰ ਮੁੜ ਕੇ ਦੁਬਾਰਾ ਅਸੀਂ ਸਾਮਵਾਦ ਤੇ। ਸੋ ਸਮਾਜ ਇੱਕ ਤਰ੍ਹਾਂ ਨਾਲ ਇੱਕ ਸਟੈਪ ਤੋਂ ਬਾਅਦ ਦੂਸਰੇ ਸਟੈਪ ਦੇ ਵਿੱਚ ਵਿਕਸਿਤ ਹੁੰਦਾ ਰਹਿੰਦਾ ਹੈ, ਚੇਂਜ ਹੁੰਦਾ ਰਹਿੰਦਾ ਹੈ ਤੇ ਇਹ ਸਾਨੂੰ ਪਤਾ ਲੱਗਦਾ ਹੈ ਜੀ ਸਮਾਜ ਸ਼ਾਸਤਰ ਤੋਂ। ਇਸ ਕਰਕੇ ਰਾਜਨੀਤੀ ਨੇ ਅਗਰ ਸਮਝਣਾ ਹੈ ਕਿ ਸਮਾਜ ਕਿਵੇਂ ਪੈਦਾ ਹੋਇਆ ਜਾਂ ਰਾਜ ਕਿਵੇਂ ਪੈਦਾ ਹੋਇਆ ਜਾਂ ਰਾਜ ਅੱਜ ਦੀ ਪੋਜੀਸ਼ਨ 'ਚ ਕਿਵੇਂ ਪਹੁੰਚਿਆ ਤਾਂ ਉਸ ਨੂੰ ਸਮਾਜ ਸ਼ਾਸਤਰ ਦੀ ਮਦਦ ਲੈਣੀ ਪਏਗੀ। ਤੀਸਰਾ ਹੈ ਸਮਾਜਿਕ ਹਾਲਤ ਜਿਹੜੇ ਰਾਜਨੀਤਿਕ ਸੰਗਠਨ ਨੂੰ ਪ੍ਰਭਾਵਿਤ ਕਰਦੇ ਆ। ਸਮਾਜ ਦੇ ਹਾਲਤ ਭਾਵ ਕਿ ਮੈਂ ਦੋ ਪਿਕਚਰ ਲਾਈ ਹੈ ਇੱਕ ਛੋਟੀ ਜੀ, ਅਨਐਜੂਕੇਟਡ ਐਂਡ ਐਜੂਕੇਟਡ। ਪੜ੍ਹਿਆ ਲਿਖਿਆ ਸਮਾਜ ਹੈ ਤਾਂ ਅਨਪੜ੍ਹ ਸਮਾਜ ਹੈ, ਜਾਂ ਫਿਰ ਪਛੜਿਆ ਹੋਇਆ ਸਮਾਜ ਹੈ ਤੇ ਵਿਕਸਿਤ ਸਮਾਜ ਹੈ। ਜਿਸ ਤਰ੍ਹਾਂ ਦਾ ਸਮਾਜ ਹੋਏਗਾ ਉਸੇ ਤਰ੍ਹਾਂ ਦਾ ਹੀ ਜਿਹੜਾ ਸਾਡਾ ਰਾਜਨੀਤਿਕ ਸੰਗਠਨ ਹੈ, ਸਾਡੀ ਸਰਕਾਰ ਹੈ, ਉਹ ਉਸੇ ਤਰ੍ਹਾਂ ਹੀ ਕੰਮ ਕਰਦੀ ਹੈ। ਭਾਵ ਕਿ ਜੇ ਸਮਾਜ ਪੜ੍ਹਿਆ ਲਿਖਿਆ ਹੈ ਤਾਂ ਉਹ ਰਾਜ ਨੂੰ ਜਾਂ ਰਾਜਨੀਤਿਕ ਪ੍ਰਣਾਲੀ ਨੂੰ ਆਪਣੀ ਚੰਗਾ ਯੋਗਦਾਨ ਦੇਵੇਗਾ ਔਰ ਦੇਸ਼ ਵਿਕਾਸ ਕਰੇਗਾ। ਰਾਜਨੀਤਿਕ ਸੰਗਠਨ ਸਥਿਰਤਾ ਦੇ ਨਾਲ ਕੰਮ ਕਰਦਾ ਰਹੇਗਾ। ਸੋ ਸਮਾਜਿਕ ਹਾਲਤ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ ਹੈ ਰਾਜਨੀਤਿਕ ਪ੍ਰਣਾਲੀ। ਸਮਾਜਿਕ ਰੀਤੀ ਰਿਵਾਜ ਰਾਜ ਦੇ ਕਾਨੂੰਨਾਂ ਨੂੰ ਪ੍ਰਭਾਵਿਤ ਕਰਦੇ ਆ। ਬੇਟੇ ਸਮਾਜ ਕਿਉਂਕਿ ਮੁੱਢਲੀ ਸਾਇੰਸ ਮੰਨਿਆ ਅਸੀਂ, ਸਮਾਜ ਦੇ ਵਿੱਚ ਰੀਤੀ ਰਿਵਾਜ ਸ਼ੁਰੂ ਤੋਂ ਚੱਲਦੇ ਆ ਰਿਹਾ, ਵਿਆਹ ਸ਼ਾਦੀ ਜਨਮ ਔਰ ਬਹੁਤ ਸਾਰੇ ਰੀਤੀ ਰਿਵਾਜ ਸਾਡੇ ਜੀਵਨ ਦੇ ਨਾਲ ਸੰਬੰਧਿਤ ਹੈ। ਜਿਹੜੀ ਐਥਿਕਸ ਹੈ, ਨੀਤੀ ਸ਼ਾਸਤਰ ਹੈ, ਉਹਦੇ ਨਾਲ ਸੰਬੰਧਿਤ ਹੈ। ਔਰ ਜਿਹੜਾ ਰਾਜਨੀਤੀ ਸ਼ਾਸਤਰ ਹੈ ਕੋਸ਼ਿਸ਼ ਕਰਦਾ ਹੈ ਕਿ ਜਿਹੜੇ ਰਾਜ ਦੇ ਕਾਨੂੰਨ ਬਣਨੇ ਆ ਉਹ ਰੀਤੀ ਰਿਵਾਜਾਂ ਦੇ ਅਨੁਸਾਰ ਹੋਣੇ ਚਾਹੀਦੇ ਆ। ਜਿਵੇਂ ਬੁਢਾਪੇ ਦੇ ਵਿੱਚ ਮਾਂ ਪਿਓ ਨੂੰ ਸਾਂਭਣਾ ਉਹਦੇ ਲਈ ਕਾਨੂੰਨ ਬਣ ਚੁੱਕਿਆ ਹੈ, ਉਹ ਸਾਡੇ ਰੀਤੀ ਰਿਵਾਜਾਂ ਦੇ ਵਿੱਚ ਵੀ ਹੈਗਾ ਕਿ ਅਸੀਂ ਆਪਣੇ ਵੱਡਿਆਂ ਦੀ ਇੱਜ਼ਤ ਕਰਨੀ ਹੈ। ਜੇ ਕੋਈ ਨਹੀਂ ਕਰਦਾ ਤੇ ਕਾਨੂੰਨ ਸਰਕਾਰ ਨੇ ਬਣਾਇਆ ਹੈ ਕਿ ਮਾਤਾ ਪਿਤਾ ਆਪਣੇ ਬੱਚਿਆਂ ਤੋਂ ਉਹ ਆਪਣਾ ਹੱਕ ਲੈ ਸਕਦੇ ਆ। ਸੋ ਸਪਸ਼ਟ ਕਰਦੀ ਹੈ ਇਹ ਸਲਾਈਡ ਕਿ ਸਮਾਜ ਸ਼ਾਸਤਰ ਦੀ ਰਾਜਨੀਤੀ ਸ਼ਾਸਤਰ ਨੂੰ ਬਹੁਤ ਦੇਣ ਹੈ। ਦੂਸਰੀ ਸਲਾਈਡ ਦੇਖਦੇ ਹਾਂ ਰਾਜਨੀਤੀ ਸ਼ਾਸਤਰ ਦੀ ਸਮਾਜ ਸ਼ਾਸਤਰ ਨੂੰ ਕੀ ਦੇਣ ਹੈ। ਸਮਾਜਿਕ ਜੀਵਨ ਰਾਜ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ। ਮੈਂ ਪਹਿਲੀ ਜ਼ਬਰਦਸਤੀ ਜਾਂ ਲੜਕੀਆਂ ਦੇ ਉੱਤੇ ਜਿਹੜਾ ਜ਼ੋਰ ਜ਼ਬਰਦਸਤੀ ਹੁੰਦੀ ਆ ਉਹਦੀ ਇੱਕ ਪਿਕਚਰ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਸਿਰਫ ਇੱਕ ਪਿਕਚਰ ਲਗਾਈ ਆ, ਤੁਸੀਂ ਬਹੁਤ ਸਾਰੇ ਪੱਖ ਦੇਖ ਸਕਦੇ ਆ ਸਮਾਜ ਦੇ ਜਿਹਦੇ ਵਿੱਚ ਕੁਝ ਵੀ ਬਹੁਤ ਸਾਰੀਆਂ ਵਧੀਕੀਆਂ ਹੁੰਦੀਆਂ, ਕੁਝ ਵੀ ਗਲਤ ਹੁੰਦਾ, ਅਨਿਆਂਪੂਰਨ ਹੁੰਦਾ।
ਤਾਂ ਅਜਿਹਾ ਅਨਿਆਂਪੂਰਨ ਜਿਹੜਾ ਸਮਾਜ ਹੈ, ਬੇਲਗਾਮ समाज जंगल राज होएगा, जिसकी लाठी उसकी भैंस वाला सिस्टम हो जाएगा अगर कानून नहीं होएगा। सो समाजिक जीवन ਨੂੰ ਨਿਯਮਿਤ ਕਰਨਾ ਬਹੁਤ ਜ਼ਰੂਰੀ ਹੈ, ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ, ਔਰ ਉਹ ਕੀਤਾ ਜਾਂਦਾ ਹੈ ਜੀ ਰਾਜਨੀਤੀ ਸ਼ਾਸਤਰ ਜਾਂ ਰਾਜ ਦੁਆਰਾ। दूसरा पॉइंट है राज समाजिक बुराइयां ਨੂੰ ਖਤਮ ਕਰਦਾ ਹੈ। ਤੁਸੀਂ ਡੌਰੀ ਸਿਸਟਮ ਦੇਖ ਸਕਦੇ ਹੋ, ਦਾਜ ਸਮੱਸਿਆ ਸਮਾਜ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਬੁਰਾਈਆਂ ਹੈਗੀਆਂ, ਉਹਨਾਂ ਸਾਰੀਆਂ ਬੁਰਾਈਆਂ ਨੂੰ ਖਤਮ ਕਰਨ ਵਾਸਤੇ ਕਿਤੇ ਨਾ ਕਿਤੇ ਰਾਜ ਨੂੰ ਕਾਨੂੰਨ ਬਣਾਉਣੇ ਪੈਂਦੇ ਆ, ਚਾਹੇ ਉਹ ਬਾਲ ਵਿਆਹ ਹੈ, ਚਾਹੇ ਉਹ ਡੌਰੀ ਸਿਸਟਮ ਹੈ, ਚਾਹੇ ਉਹ ਰੇਪ ਕੇਸਿਸ ਹੈ, ਚਾਹੇ ਹੋਰ ਸਮਾਜਿਕ ਬੁਰਾਈਆਂ, ਭ੍ਰਸ਼ਟਾਚਾਰ ਹੈ। ਇਹਨਾਂ ਸਾਰੀਆਂ ਬੁਰਾਈਆਂ ਨੂੰ ਖਤਮ ਕਰਨ ਵਾਸਤੇ ਰਾਜ ਕਾਨੂੰਨ ਬਣਾਉਂਦਾ ਹੈ। ਇਹਦਾ ਮਤਲਬ ਰਾਜਨੀਤੀ ਸ਼ਾਸਤਰ ਸਮਾਜ ਸ਼ਾਸਤਰ ਨੂੰ ਕੰਟਰੋਲ ਕਰਨ ਵਾਸਤੇ ਬਹੁਤ ਸਾਰੇ ਨਿਯਮ ਪ੍ਰਦਾਨ ਕਰਦਾ ਹੈ। तीसरा पॉइंट है कि राज समाजिक संगठनां ਜਾਂ ਸੰਸਥਾਵਾਂ ਨੂੰ ਨਿਯਮਿਤ ਕਰਦੇ ਆ। ਸੰਗਠਨ ਜਾਂ ਸੰਸਥਾਵਾਂ ਜਿਹੜੀਆਂ ਸਮਾਜ ਦੇ ਵਿੱਚ ਕੰਮ ਕਰਦੀਆਂ ਉਹ ਰਾਜ ਦੇ ਨਿਯਮਾਂ ਅਨੁਸਾਰ ਕੰਮ ਕਰ ਸਕਦੀਆਂ। ਬੇਟੇ VHP ਹੈ, ਸਿਮੀ ਹੈ, ਬਹੁਤ ਸਾਰੀਆਂ ਸੰਸਥਾਵਾਂ ਜਿਵੇਂ RSS ਹੈ, ਜਾਂ ਮੈਂ ਬਹੁਤ ਸਾਰੇ ਨਾਮ ਲਏ ਜਾ ਸਕਦੇ ਆ, ਸਮੇਂ ਦੀ ਸ਼ਾਰਟੇਜ ਆ। ਉਹ ਸੰਸਥਾਵਾਂ ਜਦੋਂ ਸਮਾਜ ਦੇ ਵਿੱਚ ਕੰਮ ਕਰਦੀਆਂ ਤਾਂ ਉਹ ਸਰਕਾਰ ਦੇ ਕਾਨੂੰਨਾਂ ਮੁਤਾਬਕ ਕਰਦੀਆਂ। अगर सरकार के कानून के मुताबिक ਜਾਂ सरकार की इच्छा तो उल्ट कोई संस्था काम करती है तो सरकार ਉਹਦੇ ਉੱਤੇ बैन लगा सकती है, ਉਹਨੂੰ सज़ा दे सकती है, ਉਹਨੂੰ ਭੰਗ कर सकती है। सो राजनीतिक संगठन समाजिक संगठन जिन्ने भी हैगे इन्हां ਨੂੰ राज द्वारा निश्चित किया जाता है। इस तो बाद असीं देखांगे कि इन्हां दे विच भी बहुत गूढ़ा संबंध असीं देखिया, पर अंतर भी है राजनीति शास्त्र ते समाज शास्त्र दे विच थोड़े जिहा बरीक अंतर ने। जिवें सब तो पहलां कि समाज शास्त्र राजनीति शास्त्र तो पहलां होंद विच आया। मैं दस्सिया कि जिवें समाज बनिया उस विषय ਨੂੰ पढ़न वास्ते समाज शास्त्र की होंद हो गई, फिर अर्थशास्त्र की गल आई तो अर्थशास्त्र होंद च आ गया, पॉलिटिक्स की गल आई, राजनीति की गल आई तो राजनीति विज्ञान बन गया। सो समाज सब तो पहले पैदा होया, इस करके समाज शास्त्र राजनीति शास्त्र तो कदे पहले का साइंस है, तो इसे करके असीं कहा सी कि समाज शास्त्र सारे विज्ञानों की माँ है। दूसरा पॉइंट है समाज शास्त्र समुचे समाजिक जीवन नाल, जबकि राजनीति शास्त्र केवल राजनीतिक पक्ष नाल संबंधित है। समुचे समाजिक जीवन के नाल जिहड़ा संबंधित विषय है वह समाज शास्त्र है। राजनीति शास्त्र का संबंध केवल राजनीति नाल है, तो समाज शास्त्र राजनीति नालों विशाल है, व्यापक विज्ञान हैगा। बेटे मैं दस देना चाहुंदा कि सारे विज्ञान और सारे विषय अलग अलग हैगे आ, इन्हां दा सारियां दा अलग अलग अध्ययन हैगा, पर एक दूजे की मदद तो बिना ये अधूरे रह जाते हैं किते ना किते। इस करके अगर असी सही अध्ययन करना है तो सानू एक दूजे दे नाल इन्हां दा जिहड़ा गहरा संबंध है उन्होंने देखना पेगा। एक दूजे की मदद तो बिना ये अधूरे हैं। सो सारियां साइंस दा जिहड़ियां समाजिक विज्ञान हैगे उन्हां दा आपस में काफ़ी संबंध है, और मैं कोशिश की है कि थोड़े समय दे इस विषय को समेटन की कोशिश की है। अगर कुछ रह गया होवे तुसीं क्लास दे विच अपने अध्यापक की मदद दे नाल जां फोन नंबर नोट करके तुसीं मेरे नाल डिस्कस कर सकते हो इस विषय को। ਤੁਹਾਡਾ ਸਾਰਿਆਂ ਦਾ ਇਹ ਪੁਆਇੰਟਸ ਲੈਣ ਦੇ ਲਈ ਔਰ ਕਲਾਸ ਨੂੰ ਅਟੈਂਡ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਉਮੀਦ ਕਰਦਾ ਹਾਂ ਕਿ ਤੁਸੀਂ ਇਸ ਤੋਂ ਭਰਪੂਰ ਫਾਇਦਾ ਉਠਾਓਗੇ। ਥੈਂਕ ਯੂ ਵੈਰੀ ਮੱਚ।